ਹੁਣ ਇਸ ਟਾਈਮ ਤੇ ਤੁਸੀਂ ਵਰਲਡ ਵਾਈਡ ਜੇ ਟਰੈਵਲ ਕਰਨ ਦੀ ਸੋਚ ਰਹੇ ਆ ਤਾਂ ਆਪਣੀਆਂ ਜਿਹੜੀਆਂ ਕਰ ਰਹੇ ਆ ਤੁਸੀਂ ਟਿਕਟਸ ਬੁੱਕ ਕਰ ਰਹੇ ਆ ਉੱਥੇ ਹੀ ਸਟਾਪ ਕਰ ਲਓ ਕਿਉਂਕਿ ਹੁਣ ਹੋ ਸਕਦਾ ਹੈ ਕਿ ਓਮਿਕਰੋਨ ਦਾ ਵੇਰੀਐਂਟ ਕਿਸੇ ਵੀ ਦੇਸ਼ ਦੇ ਵਿੱਚ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਕੋਈ ਪਾਰਟੀ ਤੇ ਜਾਣਾ ਜਾਂ ਕਿਸੇ ਆਪਣੇ ਸ਼ਾਦੀਆਂ ਤੇ ਜਾਣਾ ਜਾਂ ਕਿਸੇ ਮਿਲਣ ਕਿਤੇ ਤੁਸੀਂ ਵਿਜ਼ਿਟ ਕਰਨਾ ਸੀ ਹੋਰ ਕਿਸੇ ਕੰਮ ਲਈ ਉਹ ਤੁਹਾਨੂੰ ਪੋਸਟਪੋਨ ਕਰਨਾ ਪੈਣਾ। ਇਹ ਜਾ ਕੇ ਨਹੀਂ ਕਹਿ ਸਕਦੇ ਵੀ ਦੇਖੀ ਜਾਏਗੀ। ਸਾਡੀ ਇੱਕ ਆਦਤ ਹੁੰਦੀ ਹੈ ਕਿ ਕੋਈ ਗੱਲ ਨਹੀਂ ਬਾਅਦ 'ਚ ਦੇਖ ਲਾਂਗੇ। ਬਾਅਦ 'ਚ ਦੇਖਣ ਵਾਲੀ ਗੱਲ ਤੇ ਕੋਈ ਨਹੀਂ। ਹੁਣ ਬੂਸਟਰ ਡੋਜ਼ WHO ਤਾਂ ਬੂਸਟਰ ਡੋਜ਼ ਨੂੰ ਕਹਿ ਰਹੀ ਸੀ ਕਿ ਉਹਨਾਂ ਕੰਟਰੀਆਂ ਬਾਰੇ ਸੋਚੋ ਜਿਨ੍ਹਾਂ ਦੇ ਕੋਲੇ ਅਜੇ ਇੱਕ ਵੀ ਡੋਜ਼ ਨਹੀਂ ਪਹੁੰਚੀ। ਜੇ ਤੁਹਾਡਾ ਆਪਣਾ ਹੀ ਅਜੇ ਘਰ ਦਾ ਕੰਮ ਠੀਕ ਨਹੀਂ, ਵੈਕਸੀਨੇਸ਼ਨ ਠੀਕ ਨਹੀਂ, ਤੁਸੀਂ ਥਰਡ ਡੋਜ਼ ਤੁਹਾਨੂੰ ਜਦੋਂ ਅਵੇਲੇਬਲ ਨਹੀਂ ਲਵਾ ਰਹੇ, ਸੈਕੰਡ ਡੋਜ਼ ਵੀ ਤੁਸੀਂ ਨਹੀਂ ਲਵਾਈ। ਕਈਆਂ ਨੇ ਤੇ ਅਜੇ ਤੱਕ ਐਡੀ ਗਲਤੀ ਕੀਤੀ ਹੈ ਵੀ ਪਹਿਲੀ ਡੋਜ਼ ਵੀ ਨਹੀਂ ਲਵਾਈ। ਕੋਵਿਡ-19 ਦਾ ਜਿਹੜਾ ਸੀ ਨਾ ਪਹਿਲਾਂ ਬੜਾ ਵਾਦ ਵਿਵਾਦ ਸੀ ਵੀ ਕਿਉਂ ਆਇਆ, ਕਿੱਥੋਂ ਆਇਆ, ਕਿੰਨੇ ਬਣਾਇਆ, ਮੈਨ ਮੇਡ ਹੈ। ਸ਼ੁਰੂ ਦੇ ਵਿੱਚ ਜਿਹੜੇ ਜ਼ਿਆਦਾ ਸੀ ਉਮਰ ਵਾਲੇ ਲੋਕ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਸੀ, ਕਰੋਨਿਕ ਕੰਡੀਸ਼ਨ ਸਨ, ਪਰਸਨਲ ਕੇਅਰ ਹੋਮ ਦੇ ਵਿੱਚ ਸਨ, ਜਿਹੜੇ ਉਹਨਾਂ ਵਿੱਚ ਪਹੁੰਚ ਗਿਆ, ਲੋਕਾਂ ਦੀਆਂ ਮੌਤਾਂ ਹੋਈਆਂ। ਕੀ ਕੁਝ ਹੋਇਆ ਸੀ, ਕਿੱਥੋਂ ਚੱਲਿਆ ਸੀ, ਕਿਵੇਂ ਵੈਕਸੀਨ ਲੱਗੀਆਂ ਤੇ ਕਿਸ ਤਰ੍ਹਾਂ ਅੱਜ ਕਿਹੜੇ ਮੋੜ ਤੇ ਅਸੀਂ ਆ ਕੇ ਖੜੇ ਆ। ਅੱਜ ਬੜੀਆਂ ਅਨਾਉਂਸਮੈਂਟ ਨੇ, ਸਾਰੀਆਂ ਵਾਚ ਕਰੋ। ਪਰ ਜਿਹੜੀ ਅੱਜ ਦੀ ਕਹਾਣੀ ਹੈ, ਇਸ ਟਾਈਮ ਦੀ ਕਹਾਣੀ, ਇਹ ਪੱਕੀ ਕਹਾਣੀ ਨਹੀਂ ਹੈਗੀ। ਹੋ ਸਕਦਾ ਇਹਦੀ ਕਹਾਣੀ ਵੀ ਬਦਲੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹੈਲਥ ਸੰਬੰਧੀ ਮੈਜਰਸ ਦੀ, ਕੀ ਕੁਝ ਕਿਹਾ ਜਾ ਰਿਹਾ ਹੁਣ ਸਰਕਾਰ ਦੇ ਵੱਲੋਂ। ਜਦੋਂ ਹੁਣ ਅਸੀਂ ਕੋਵਿਡ ਦੇ ਦੌਰਾਨ ਕ੍ਰਿਸਮਸ ਸੀਜ਼ਨ ਵੱਲ ਵੱਧ ਰਹੇ ਹਾਂ ਕਿਉਂਕਿ ਕੋਵਿਡ ਸਾਨੂੰ ਲੱਗਦਾ ਸੀ ਕਿ ਸਾਡੀ ਲਾਈਫ ਦੇ ਵਿੱਚੋਂ ਲਗਾਤਾਰ ਜਾ ਰਿਹਾ, ਹੌਲੀ ਹੌਲੀ ਜਾ ਰਿਹਾ, ਪਰ ਇਸ ਵਿਚਕਾਰ ਹੁਣ ਨਵੇਂ ਵੇਰੀਐਂਟ ਆ ਰਹੇ ਨੇ। ਜਿਵੇਂ ਡਾਕਟਰ ਸੀਮਾ ਕਹਿੰਦੇ ਹੁੰਦੇ ਆ ਨਾ ਕਿ ਕੋਵਿਡ ਦੀ ਕਹਾਣੀ ਜਿਹੜੀ ਆ ਬਦਲ ਰਹੀ ਹੈ, ਹਰ ਦਿਨ ਬਦਲ ਰਹੀ ਹੈ। ਹਰ ਦਿਨ ਜੇ ਅੱਜ ਅਸੀਂ ਇੱਥੇ ਬੈਠ ਕੇ ਕੋਈ ਗੱਲ ਕਰ ਰਹੇ ਹਾਂ, ਹੋ ਸਕਦਾ 1 ਘੰਟੇ ਬਾਅਦ ਕੋਈ ਹੋਰ ਨਵੀਂ ਐਡਵਾਈਜ਼ਰੀ, ਕੋਈ ਹੋਰ ਨਵੀਂ ਗੱਲਬਾਤ ਜਿਹੜੀ ਆ ਸਰਕਾਰ ਦੇ ਦੁਆਰਾ ਕਹੀ ਜਾਵੇ। ਹੁਣ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਨਾਨ ਐਸੈਂਸ਼ੀਅਲ ਟਰੈਵਲ ਨੂੰ ਕਿਹਾ ਗਿਆ ਕਿ ਰੋਕ ਲਗਾਈ ਜਾਵੇ, ਨਾ ਜਾਇਆ ਜਾਵੇ ਅਗਲੇ 4 ਹਫ਼ਤਿਆਂ ਦੇ ਲਈ ਕਿਹਾ ਗਿਆ। ਹੋਰ ਕੀ ਕੁਝ ਇਹਦੇ ਵਿੱਚ ਕਿਹਾ ਗਿਆ, ਇਸ ਬਾਰੇ ਵੀ ਗੱਲ ਕਰਾਂਗੇ। ਦੂਜੇ ਪਾਸੇ ਕਿਊਬੈਕ ਦੇ ਵਿੱਚ ਵੀ ਪਾਬੰਦੀਆਂ ਲਗਾਈਆਂ ਗਈਆਂ ਨੇ। ਉਹਨਾਂ ਨੇ ਵਰਕ ਫਰੋਮ ਹੋਮ ਦੁਬਾਰਾ ਸ਼ੁਰੂ ਕਰਨ ਦੇ ਲਈ ਕਹਿ ਦਿੱਤਾ। ਦੂਜੀਆਂ ਪ੍ਰੋਵਿੰਸਸ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਹੋ ਸਕਦਾ ਜਾਂ ਨਹੀਂ ਹੋ ਸਕਦਾ, ਇਸ ਬਾਰੇ ਵੀ ਗੱਲ ਕਰਾਂਗੇ। ਕਿਉਂਕਿ ਜਦੋਂ ਅਸੀਂ ਪ੍ਰੋਜੈਕਸ਼ਨ ਦੀ ਗੱਲ ਕਰਦੇ ਹਾਂ ਤਾਂ ਫੈਡਰਲ ਸਰਕਾਰ, ਹੈਲਥ ਕੈਨੇਡਾ ਨੇ ਜਿਹੜੀ ਪ੍ਰੋਜੈਕਸ਼ਨ ਦਿੱਤੀ ਸੀ ਉਹਦੇ ਵਿੱਚ ਕਿਹਾ ਸੀਗਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਤਰ੍ਹਾਂ ਟਰੈਵਲ ਚੱਲਦਾ ਰਿਹਾ, ਇਸੇ ਤਰ੍ਹਾਂ ਅਸੀਂ ਗੱਲ ਨਾ ਮੰਨੀ ਤਾਂ ਹੋ ਸਕਦਾ ਆਉਣ ਵਾਲੇ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ 12,000 ਕੇਸ ਰਿਪੋਰਟ ਹੋਣ ਲੱਗ ਜਾਣ। ਤੇ ਉਧਰ BC ਦੇ ਵਿੱਚ ਸਾਡੇ ਡਾਕਟਰ ਬੋਨੀ ਹੈਨਰੀ ਨੇ ਜਿਹੜੇ ਉਹ ਕਹਿੰਦੇ ਆ ਕਿ ਇੱਕ ਦਿਨ ਦੇ ਵਿੱਚ 2,000 ਤੱਕ ਕੇਸ ਪ੍ਰੋਜੈਕਟ ਕੀਤੇ ਜਾ ਰਹੇ ਨੇ। ਪ੍ਰੋਜੈਕਸ਼ਨ ਹੈ ਕਿ 2,000 ਕੇਸ ਇੱਕ ਦਿਨ ਦੇ ਵਿੱਚ ਆ ਸਕਦੇ ਆ। ਪਰ ਫਿਲਹਾਲ ਹੁਣ ਦੀ ਘੜੀ 100% ਜਿਹੜੇ ਕੇਸ ਨੇ ਉਹ ਡੈਲਟਾ ਵੇਰੀਐਂਟ ਨਾਲ ਹੀ ਸੰਬੰਧਿਤ ਨੇ। ਪਰ ਜੇ ਓਮਿਕਰੋਨ ਇਸੇ ਤਰ੍ਹਾਂ ਫੈਲਦਾ ਰਿਹਾ, ਕਿਉਂਕਿ ਬਹੁਤ ਸਾਰੀਆਂ ਕੰਟਰੀਜ਼, 50 ਤੋਂ ਉੱਤੇ ਕੰਟਰੀਜ਼ ਦੇ ਵਿੱਚ ਇਹ ਫੈਲ ਚੁੱਕਿਆ, ਕੀ ਕੁਝ ਕੀਤਾ ਜਾ ਸਕਦਾ, ਕਿਹੜੀਆਂ ਹੋਰ ਐਡਵਾਈਜ਼ਰੀਜ਼ ਨੇ, ਬੂਸਟਰ ਸ਼ਾਟ ਬਾਰੇ ਵੀ ਗੱਲ ਕਰਾਂਗੇ। ਬਹੁਤ ਸਾਰੀਆਂ ਗੱਲਾਂ ਨੇ ਜਿਸ ਬਾਰੇ ਅੱਜ ਗੱਲਬਾਤ ਕਰਨੀ ਹੈ। ਤੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਗੁਲਜ਼ਾਰ ਚੀਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਾਰਿਆਂ ਵੱਲੋਂ, ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਚੀਮਾ, ਜਿੱਦਾਂ ਮੈਂ ਕਿਹਾ ਕਿ ਤੁਸੀਂ ਕਹਿੰਦੇ ਹੁੰਦੇ ਆ ਕਿ ਕਹਾਣੀ ਬਦਲ ਰਹੀ ਹੈ। ਹਰ ਦਿਨ ਜਦੋਂ ਹੀ ਤੁਹਾਡੇ ਨਾਲ ਗੱਲ ਹੁੰਦੀ ਹੈ ਕੁਝ ਨਵਾਂ ਸਾਹਮਣੇ ਆ ਜਾਂਦਾ। ਹੁਣ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਜੀ ਫੈਡਰਲ ਸਰਕਾਰ ਦੇ ਵੱਲੋਂ। ਦੇਖੋ, ਪਹਿਲੀ ਗੱਲ ਤੇ ਹੈ ਕਿ ਜਿਹੜਾ ਕੋਵਿਡ-19 ਨੇ, ਆਪਾਂ ਕਿੰਨੀ ਵਾਰੀ ਪ੍ਰੋਗਰਾਮ 'ਚ ਕਿਹਾ ਕਿ ਖਾਸ ਕਰਕੇ ਇਸ ਸਾਂਝਾ ਟੀਵੀ ਤੋਂ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਪਹਿਲੇ ਦਿਨ ਤੋਂ ਇਹ ਜਿਹੜਾ ਕੋਵਿਡ-19 ਦੀ ਕਹਾਣੀ ਸਾਰਿਆਂ ਨੂੰ ਦੱਸੀ ਵੀ ਕਿੱਥੋਂ ਸ਼ੁਰੂ ਹੋਈ, ਕਿੱਥੇ ਚੱਲੀ। ਸੋ ਮੈਂ ਹਰ ਵਾਰੀ ਥੋੜ੍ਹੀ ਜਿਹੀ ਰਿਪੀਟ ਕਰਨਾ ਹੁੰਦਾ ਕਿਉਂਕਿ ਇਹ ਜ਼ਰੂਰੀ ਨਹੀਂ ਵੀ ਸਾਰੇ ਸਾਡਾ ਪ੍ਰੋਗਰਾਮ ਹਮੇਸ਼ਾ ਦੇਖਦੇ ਹੋਣਗੇ। ਜਿਨ੍ਹਾਂ ਨੇ ਕਦੀ ਮਿਸ ਕੀਤਾ ਪ੍ਰੋਗਰਾਮ ਹੈਲਥ ਦਾ, ਉਹਨਾਂ ਵਾਸਤੇ ਜ਼ਰੂਰੀ ਇਨਫੋਰਮੇਸ਼ਨ ਹੈ ਵੀ ਜਿਹੜਾ ਕੋਵਿਡ-19 ਹੈ ਇਹਦੀ ਕਹਾਣੀ ਚੱਲੀ ਸੀ ਜਿਹੜੇ ਮੁਲਕ ਤੋਂ, ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ। ਨਾ ਲੈਣ ਦਾ ਤਾਂ ਕੋਈ ਫਾਇਦਾ ਨਹੀਂ, ਮੁਸ਼ਕਿਲ ਆ ਸਕਦੀ ਹੈ। ਪਰ ਜਿਹੜਾ ਓਵਰਆਲ ਜਿਹੜਾ ਉੱਥੋਂ ਚੱਲ ਕੇ ਫਿਰ ਕੈਨੇਡਾ ਵਿੱਚ 2020 ਦੇ ਵਿੱਚ 23 ਜਨਵਰੀ ਨੂੰ ਪਹਿਲਾ ਕੇਸ ਸੀ। ਉਸ ਤੋਂ ਬਾਅਦ ਪਹਿਲਾਂ ontario 'ਚ ਕੇਸ ਸੀ, ਫਿਰ ਫਿਰਦਾ ਸਾਰੇ ਜਿਹੜਾ ਨਾ ਕੰਟਰੀ ਸਾਰੇ 'ਚ ਫੈਲ ਗਿਆ। ਆਲਮੋਸਟ 182 ਕੰਟਰੀਜ਼, ਬਾਕੀ ਜਿਹੜੀਆਂ ਟੈਰੀਟਰੀ ਸਾਰਿਆਂ 'ਚ ਚਲਾ ਗਿਆ। ਕੋਵਿਡ-19 ਦਾ ਜਿਹੜਾ ਸੀ ਨਾ ਪਹਿਲਾਂ ਬੜਾ ਵਾਦ ਵਿਵਾਦ ਸੀ ਵੀ ਕਿਉਂ ਆਇਆ, ਕਿੱਥੋਂ ਆਇਆ, ਕਿੰਨੇ ਬਣਾਇਆ, ਮੈਨ ਮੇਡ ਹੈ ਕਿ ਉਸ ਤਰ੍ਹਾਂ ਹੈ। ਸਾਰੇ ਵਾਦ ਵਿਵਾਦ ਜਿਹੜੇ ਚੱਲਦੇ ਰਹੇ ਬੜੀ ਦੇਰ ਤੱਕ। WHO ਦੀ ਕੰਟਰੋਵਰਸੀ ਥੋੜ੍ਹੀ ਚੱਲ ਪਈ।
ਉਹਨਾਂ ਕੋਲੋਂ ਐਕਸਪਲੇਨ ਨਹੀਂ ਹੋ ਸਕੇ ਜਾਂ ਗੱਲ ਨਹੀਂ ਕਰ ਸਕੇ ਜਾਂ ਕਈਆਂ ਨੇ ਵਾਚ ਨਹੀਂ ਕੀਤਾ। ਸੋ ਕਈ ਗੱਲਾਂ ਜਿਹੜੀਆਂ ਉੱਭਰ ਕੇ ਆਈਆਂ ਅਤੇ ਕੈਨੇਡਾ ਦੇ ਵਿੱਚ ਜਦੋਂ ਇਸ ਚੀਜ਼ ਦਾ ਜਿਸ ਤਰੀਕੇ ਨਾਲ ਇੱਥੇ ਪਹੁੰਚਿਆ, ਜਦੋਂ ਉਸ ਹਿਸਾਬ ਨਾਲ ਜਿਹੜੇ ਸਾਇੰਟਿਸਟ ਸੀ ਆਪਣੇ ਗੁਆਂਢੀ ਮੁਲਕ ਦੇ ਅਤੇ ਯੂਰਪ ਦੇ ਅਤੇ ਬਾਕੀ ਮੁਲਕਾਂ ਦੇ ਸਾਇੰਟਿਸਟਾਂ ਸਾਰਿਆਂ ਨੇ ਇਸ ਚੀਜ਼ ਦੇ ਨਤੀਜੇ 'ਤੇ ਪਹੁੰਚੇ ਵੀ ਕੋਵਿਡ-19 ਦੀ ਇਨਫੈਕਸ਼ਨ ਜਿਹੜੀ ਹੈ ਨਾ ਬੜੀ ਖਤਰਨਾਕ ਇਹ ਵਾਇਰਸ ਹੈ। ਇਹ ਵਾਇਰਸ ਟਰੈਵਲ ਕਰਦੀ ਹੈ ਬਾਈ ਆਪਣੇ ਏਅਰ ਦੇ ਥਰੂ ਅਤੇ ਆਪਣੇ ਐਰੋਸੋਲ ਦੇ ਨਾਲ ਜਦੋਂ ਆਪਾਂ ਖੰਘਦੇ ਹਾਂ, ਆਪਣੇ ਜਿਹੜੇ ਜ਼ੁਕਾਮ ਦੀਆਂ ਖੰਘ ਜਾਂ ਉਹਨਾਂ ਚੀਜ਼ਾਂ ਦੇ ਥਰੂ ਸਪਰੈਡ ਕਰਦੀ ਹੈ। ਇਹ ਫਿਜ਼ੀਕਲੀ ਜਿਹੜਾ ਨਾ ਹੱਥ ਉਹ ਵੀ ਤੁਹਾਨੂੰ ਆਪਣੇ ਹੱਥ ਵੀ ਸਾਫ਼ ਕਰਨੇ ਪੈਂਦੇ, ਹਾਈਜੀਨ ਵੀ ਮੇਨਟੇਨ ਕਰਨੀ ਪੈਂਦੀ ਹੈ। ਪਰ ਜਿਹੜਾ ਮੇਨ ਸੀ ਇਸ਼ੂ ਸੀ ਕਿ ਜਿਹੜਾ ਕੋਵਿਡ-19 ਇਨਫੈਕਸ਼ਨ ਜਿਹੜੀ ਹੈ ਨਾ ਉਹਦਾ ਰੂਟ ਆਫ ਟਰਾਂਸਮਿਸ਼ਨ ਇਹੋ ਹੀ ਹੈ। ਇਹ ਸਾਰੀਆਂ ਗੱਲਾਂ ਕਲੀਅਰ ਹੋ ਕੇ ਉਹ ਜਿਹੜੀਆਂ ਗੱਲਾਂ 2 ਜਾਂ 3 ਗੱਲਾਂ ਉਹੀ ਰਹੀਆਂ ਨੇ ਪੱਕੀਆਂ, ਬਾਕੀ ਸਾਰੀਆਂ ਬਦਲ ਗਈਆਂ। ਉਹ ਸੀ ਵੀ ਪਹਿਲਾਂ ਸੀ ਵੀ ਕੋਵਿਡ-19 ਦਾ ਇੱਕ ਮੇਨ ਜਿਹੜੀ ਵਾਇਰਸ ਸੀ ਉਹਦਾ ਨਾਂ ਕਰੋਨਾ ਵਾਇਰਸ ਰੱਖਿਆ ਗਿਆ ਕਿਉਂਕਿ ਉਹਦੀ ਸ਼ੇਪ ਇਸ ਹਿਸਾਬ ਨਾਲ ਸੀ, ਤਾਂ ਇਹਦਾ ਨਾਂ ਕਰੋਨਾ ਵਾਇਰਸ ਰੱਖਿਆ ਗਿਆ। ਇਹ ਕੋਈ ਪਹਿਲੀ ਵਾਰੀ ਵਾਇਰਸ 'ਤੇ ਆਏ ਨਹੀਂ, ਸਾਰਸ ਦੀ ਵਾਇਰਸ ਪਹਿਲਾਂ ਵੀ ਆਈ ਸੀ। ਸੋ ਇਹ ਚੱਲਦਾ ਗਿਆ, ਜਿੱਥੋਂ ਇਹ ਚੱਲਿਆ ਉੱਥੋਂ ਇਹਨਾਂ ਨੇ ਕਿਹਾ ਵੀ ਇਹ ਐਨੀਮਲ ਤੋਂ ਆਇਆ, ਐਨੀਮਲ ਤੋਂ ਇਨਸਾਨਾਂ ਤੋਂ ਫਿਰ ਹੁਣ ਸਾਰੇ ਪਾਸੇ ਫੈਲਦਾ ਹੋਇਆ। ਇਹ ਸਾਰਿਆਂ ਨੇ ਪਿਛਲੇ ਕੋਈ ਸਾਲ ਦੇ ਵਿੱਚ ਇਹਨੂੰ ਕੰਟਰੋਲ ਕਰ ਲਿਆ ਦੁਨੀਆ ਦੇ ਵਿੱਚ। ਸਾਰੀਆਂ ਇਕੋਨਮੀਜ਼ ਠੱਪ ਹੋ ਗਈਆਂ, ਕੰਟਰੀਆਂ ਨੇ ਸਾਰੇ ਮੇਜਰ ਲਏ। ਜੋ ਅੱਜ ਹੋਇਆ ਉਹਦੀ ਗੱਲ ਬਾਅਦ 'ਚ ਕਰਾਂਗਾ। ਇਹ ਸਾਰਾ ਕੁਝ ਇੱਕ ਵਾਰੀ ਹੋ ਚੁੱਕਾ ਹੈ ਜੋ ਅੱਜ ਕਰਨਾ ਚਾਹ ਰਹੇ ਨੇ। ਉਹ ਫਿਰ ਸਾਰਿਆਂ ਨੇ ਕਿਹਾ ਵੀ ਕੰਟਰੋਲ ਕਰੋ, ਆਵਾਜਾਈ ਬੰਦ ਕਰੋ, ਇੱਕ ਦੂਜੇ ਨਾਲ ਮਿਲਣਾ ਗਿਲਣ ਦਾ ਫਰਕ ਪੈ ਗਿਆ, ਬਿਜ਼ਨਸ 'ਤੇ ਅਸਰ ਪੈ ਗਿਆ। ਇਹਦਾ ਮੇਨ ਮੁੱਦਾ ਇਹ ਮੇਨ ਕੰਮ ਸੀ ਕਿ ਇਹਦੀ ਟਰਾਂਸਮਿਸ਼ਨ ਕਿਸ ਦੇ ਹਿਸਾਬ ਨਾਲ ਬੰਦ ਕਰਨੀ ਹੈ, ਕਿਉਂਕਿ ਟਰਾਂਸਮਿਸ਼ਨ ਦਾ ਜਿਹੜਾ ਮੈਥਡ ਉਹੀ ਰਿਹਾ ਸੀ। ਫਿਜ਼ੀਕਲੀ ਇੱਕ ਰੂਮ ਦੇ ਵਿੱਚ ਖੜੇ ਰਹਿਣਾ ਹੈ, ਮਾਸਕ ਨਾ ਲਾਉਣਾ, ਗੈਦਰਿੰਗਸ ਕਰਨੀਆਂ, ਟਰੈਵਲ ਕਰਨਾ, ਉਹਦੇ ਵਿੱਚ ਗੱਲ ਹੋਈ। ਫਿਰ ਇਹ ਗੱਲ ਚੱਲ ਪਈ ਕਿ ਸ਼ੁਰੂ ਦੇ ਵਿੱਚ ਜਿਹੜੇ ਜ਼ਿਆਦਾ ਸੀ ਉਮਰ ਵਾਲੇ ਲੋਕ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਸੀ, ਕਰੋਨਿਕ ਕੰਡੀਸ਼ਨ ਸਨ, ਪਰਸਨਲ ਕੇਅਰ ਹੋਮ ਦੇ ਵਿੱਚ ਸਨ, ਜਿਹੜੇ ਉਹਨਾਂ ਵਿੱਚ ਪਹੁੰਚ ਗਿਆ, ਲੋਕਾਂ ਦੀਆਂ ਮੌਤਾਂ ਹੋਈਆਂ। ਉਹ ਫਿਰ ਸਾਰਾ ਕੁਝ ਜਿਹੜਾ ਕੰਟਰੋਲ ਮੁਸ਼ਕਲ ਹੋਣ ਤੋਂ ਬਾਅਦ ਇਹ ਕੰਟਰੋਲ ਹੋ ਗਿਆ। ਕੈਨੇਡਾ ਦੇ ਵਿੱਚ ਪਿਛਲੇ ਸਤੰਬਰ ਅਕਤੂਬਰ ਦੇ ਵਿੱਚ ਕਾਫੀ ਕੰਟਰੋਲ ਸੀ। ਪਿਛਲੇ ਸਾਲ ਦੀ ਗੱਲ ਕਰਨਾ ਪਿਆ, 2020 ਦੀ ਗੱਲ ਕਰਨਾ ਪਿਆ। ਉਦੋਂ ਅਕਤੂਬਰ ਦੇ ਵਿੱਚ ਕਿਹਾ ਵੀ ਅਸੀਂ ਜੀ ਇਹਦੀ ਕੰਟਰੋਲ ਕਰ ਲਿਆ, ਇਹਦੀ ਵੇਵ ਕੰਟਰੋਲ ਕਰ ਲਈ, ਇਹਦੀ ਵੈਕਸੀਨੇਸ਼ਨ ਜਿਹੜੀ ਸੀ ਨਾ, ਫਿਰ ਉਹਦੇ ਬਾਰੇ ਗੱਲ ਸ਼ੁਰੂ ਹੋ ਗਈ। ਵੈਕਸੀਨੇਸ਼ਨ ਜਿਹੜਾ ਸੀ ਉਹ 2 ਤਰ੍ਹਾਂ ਦਾ ਪਹਿਲਾਂ ਸੀ। ਉਹ ਸਾਰਿਆਂ ਨੇ ਕਿਹਾ ਵੀ ਇਹ 10 ਮਹੀਨਿਆਂ 'ਚ ਕਿੱਥੋਂ ਤਿਆਰ ਹੋ ਗਿਆ, ਉਹਦੀ ਫਿਰ ਐਕਸਪਲੇਨੇਸ਼ਨ ਆਈ। ਉਸ ਤੋਂ ਇਲਾਵਾ ਜਿਹੜੀਆਂ 3 ਹੋਰ ਵੈਕਸੀਨੇਸ਼ਨ ਸੀ ਉਹਦੀ ਅਪਰੂਵਲ ਆਈ। ਡਿਫਰੈਂਟ ਕੰਟਰੀ ਨੇ ਅਪਰੂਵਲ ਕਰਨ ਤੋਂ ਬਾਅਦ ਇੱਕ ਨਤੀਜੇ 'ਤੇ ਪਹੁੰਚੇ ਕਿ ਸਾਰਿਆਂ ਨੂੰ ਵੈਕਸੀਨੇਸ਼ਨ ਜਿਹੜੀ ਫਸਟ ਲੇਅਰ ਹੈ ਉਹ ਵੈਕਸੀਨੇਸ਼ਨ ਦੀ ਹੈ ਪ੍ਰੀਵੈਂਸ਼ਨ ਵਾਸਤੇ, ਹੋਰ ਕੋਈ ਤਰੀਕਾ ਨਹੀਂ। ਸੋ ਵੈਕਸੀਨੇਸ਼ਨ ਦੀ ਗੱਲ ਚੱਲੀ ਅਤੇ ਵੈਕਸੀਨੇਸ਼ਨ ਦੇ ਬਾਅਦ ਦੇ ਵਿੱਚ ਜਿਹੜਾ ਸਾਰੇ ਕੰਟਰੀਆਂ ਨੇ ਇੱਕ ਦੂਜੇ ਨਾਲ ਕੋਆਪਰੇਟ ਕੀਤਾ। ਕੈਨੇਡਾ ਨੇ ਉਸ ਟਾਈਮ ਦੇ ਵਿੱਚ ਕੋਈ ਮੇਰੇ ਖਿਆਲ 90-95 ਮਿਲੀਅਨ ਡੋਜ਼ਜ਼ ਆਰਡਰ ਕਰਤੀਆਂ। ਇਹ ਸਾਰੇ ਕਹਿੰਦੇ ਵੀ ਫਾਲਤੂ ਡੋਜ਼ਜ਼ ਨੇ। ਹੁਣ ਪਤਾ ਹੈ ਕਿ ਉਹ ਫਾਲਤੂ ਨਹੀਂ ਸੀ ਹੈਗੀਆਂ, ਉਹ ਜ਼ਰੂਰੀ ਸਨ। ਸੋ 1 ਨਹੀਂ 2 ਜਾਂ 3 ਤਰ੍ਹਾਂ ਦੀ ਕਰ ਲਈਆਂ। ਪਤਾ ਨਹੀਂ ਸੀ ਵੀ ਕਿੰਨੇ ਇਫੈਕਟਿਵਨੈਸ ਹੋਣੀ ਹੈ। ਪਹਿਲਾਂ ਵੈਕਸੀਨੇਸ਼ਨ ਦੀ ਡੋਜ਼ ਕਹਿੰਦੇ ਸੀ ਵੀ 1 ਦੇਣੀ ਹੈ ਠੀਕ ਰਹਿਣਾ, ਫਿਰ 2 ਹੋ ਗਈ। ਫਿਰ ਉਹਦਾ ਜਿਹੜਾ ਟਾਈਮ ਇੰਟਰਵਲ ਸੀ ਉਹਦੀ ਬੜੀ ਕੰਟਰੋਵਰਸੀ ਚੱਲ ਪਈ। ਹੁਣ ਇਸ ਨਤੀਜੇ 'ਤੇ ਸਾਰੇ ਪਹੁੰਚੇ ਨੇ ਸਾਇੰਸਦਾਨ ਦੁਨੀਆ ਦੇ ਵਿੱਚ ਕਾਫੀ ਦਿਨ ਮਹੀਨਿਆਂ ਤੋਂ ਕਿ ਵੈਕਸੀਨੇਸ਼ਨ ਜਿਹੜੀ ਇੰਪੋਰਟੈਂਟ ਹੈ, ਉਹਦਾ ਵਕਫਾ ਜਿਹੜਾ ਵਿੱਚੋਂ ਟਾਈਮ ਇੰਟਰਵਲ ਹੈ 8 ਹਫ਼ਤਿਆਂ ਤੋਂ 12 ਹਫ਼ਤੇ ਕਰ ਲਓ, ਅਤੇ ਸੈਕਿੰਡ ਡੋਜ਼ ਤੋਂ ਬਾਅਦ ਹੁਣ 3rd ਡੋਜ਼ ਦੀ ਹੈ। ਆਪਾਂ ਉਹਦੇ ਬਾਰੇ ਗੱਲ ਕਰਨੇ ਆ। ਸੋ ਟੂ ਸਮ ਅਪ ਵੀ ਜਿਹੜੀ ਪ੍ਰੋਬਲਮ ਚੱਲੀ ਸੀ ਉਹ ਇੱਕ ਵਾਰੀ ਰੁਕੀ ਸੀ। ਹੁਣ ਇਹਦਾ ਨਵਾਂ ਵੇਰੀਐਂਟ ਆਇਆ, ਇਹ ਆਪਣੀ ਸ਼ਕਲ ਸੂਰਤ ਆਪਣੀ ਕਰਤੂਤ ਬਦਲ ਕੇ ਅਤੇ ਡਿਫਰੈਂਟ ਤਰੀਕੇ ਨਾਲ ਹੁੰਦਾ। ਪਹਿਲਾਂ ਡੈਲਟਾ ਵੇਰੀਐਂਟ ਸੀ, ਫਿਰ ਇਹਨਾਂ ਨੇ ਸਾਊਥ ਅਫਰੀਕਾ ਤੋਂ ਚੱਲਿਆ, ਪਰ ਉੱਥੇ ਚੱਲਿਆ ਨਹੀਂ। ਐਕਚੁਅਲੀ ਉਹ ਆਲਰੇਡੀ ਉੱਥੇ ਸੀ, ਹੋ ਸਕਦਾ ਕਿਸੇ ਹੋਰ ਨੇ ਖੜਿਆ ਹੋਏ। ਅਤੇ ਉਹਨਾਂ ਨੇ ਜਿਹੜਾ ਵੇਰੀਐਂਟ ਸੀ, ਕਿਉਂਕਿ ਉਹਨਾਂ ਨੇ ਸਰਵੇਲੈਂਸ ਬੜੀ ਚੰਗੀ ਸੀ, ਉਹਨਾਂ ਨੇ ਬੜਾ ਵਧੀਆ ਕੰਮ ਕੀਤਾ, ਸਾਰਿਆਂ ਨੂੰ ਇਨਫੋਰਮ ਕਰਤਾ। ਸਾਰੇ ਕੰਟਰੀ ਨੇ ਪਹਿਲਾਂ ਤਾਂ ਹੋ ਸਕਦਾ ਪੂਰਾ ਧਿਆਨ ਨਾਲ ਲਿਆ ਹੋ ਸਕਦਾ ਪੱਕਾ ਨਹੀਂ ਮੈਂ ਕਹਿ ਸਕਦਾ। ਫਿਰ ਸਾਰਿਆਂ ਨੇ ਧਿਆਨ ਲਿਆ। ਹੁਣ ਅੱਜ ਦੀ ਖਬਰ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਵੀ ਕਿ ਕਿਸ ਹਿਸਾਬ ਨਾਲ ਚੱਲਦਾ ਪਿਆ। ਜਿਸ ਤਰ੍ਹਾਂ ਅਰਸ਼ ਯੂ ਸੈਡ ਸ਼ੁਰੂ ਦੇ ਵਿੱਚ ਬੜਾ ਕਲੀਅਰਲੀ ਐਕਸਪਲੇਨ ਕੀਤਾ ਵੀ ਅੱਜ ਆਪਾਂ ਕਿਹੜੇ ਮਾਹੌਲ 'ਤੇ ਖੜ੍ਹੇ ਹਾਂ ਕੰਟਰੀ ਦੇ ਵਿੱਚ। ਸੋ ਅੱਜ ਬੜੀਆਂ ਅਨਾਊਂਸਮੈਂਟ ਨੇ, ਸਾਰੀਆਂ ਵਾਚ ਕਰੋ। ਪਰ ਜਿਹੜੀ ਅੱਜ ਦੀ ਕਹਾਣੀ ਹੈ, ਇਸ ਟਾਈਮ ਦੀ ਕਹਾਣੀ, ਇਹ ਪੱਕੀ ਕਹਾਣੀ ਨਹੀਂ ਹੈਗੀ। ਹੋ ਸਕਦਾ ਇਹਦੀ ਕਹਾਣੀ ਵੀ ਬਦਲੇ, ਪਰ ਜਿਹੜੀ ਕੰਸਿਸਟੈਂਟਲੀ ਫੋਕਸ ਰਿਹਾ ਉਹ ਰਿਹਾ ਆਪਣਾ ਵੈਕਸੀਨੇਸ਼ਨ 'ਤੇ,
ਟਰਾਂਸਮਿਸ਼ਨ ਤੇ ਉਹਦੇ ਵਿੱਚੋਂ ਕੋਈ ਫਰਕ ਨਹੀਂ ਪਿਆ। ਪਰ ਜਿਹੜਾ ਨਿਊ ਵੇਰੀਐਂਟ ਹੈ ਓਮੀਕਰੋਨ, ਇਹਦਾ ਤਾਂ ਨਾਮ ਹੀ ਜਾਪਦਾ ਵੀ ਜਿਸ ਤਰ੍ਹਾਂ ਰੋਜ਼ ਓਮੀਕਰੋਨ ਕਿੰਨਾ ਸੌਖਾ ਲੈਣਾ, ਪਹਿਲਾਂ ਤਾਂ ਨਾਮ ਹੀ ਬੜੇ ਮੁਸ਼ਕਿਲ ਸੀ। ਸੋ ਇਹਦਾ ਜਿਹੜਾ ਇਹ ਬੜੀ ਤੇਜ਼ ਫੈਲਦਾ ਪਿਆ। ਐਕਚੁਅਲੀ ਜਦੋਂ ਸਾਊਥ ਅਫਰੀਕਾ 'ਚ ਉਹਨਾਂ ਨੇ ਪਹਿਲਾਂ ਇਹਦੇ ਬਾਰੇ ਪਤਾ ਕੀਤਾ, ਉਦੋਂ ਵੀ ਉਹਨਾਂ ਕਿਹਾ ਸੀ ਵੀ ਇਹਦੀ ਰੇਟ ਬੜਾ ਫਾਸਟ ਹੈ, ਸਪਰੈਡ ਕਰਦਾ ਪਿਆ। ਪਰ ਸਪਰੈਡ ਕਰਨ ਤੋਂ ਬਾਅਦ ਇਹਦੇ ਨਾਲ ਮੌਤਾਂ ਅਜੇ ਓਨੀਆਂ ਨਹੀਂ ਹੋਈਆਂ। ਮੈਂ ਕਿਹਾ ਕਈਆਂ ਮੁਲਕਾਂ ਵਿੱਚ 1 ਜਾਂ 2 ਮੌਤਾਂ ਪਹਿਲਾਂ ਹੋਈਆਂ। ਹੋ ਸਕਦਾ ਵੀ ਜਿਹੜਾ ਵੈਕਸੀਨੇਸ਼ਨ ਸੀ, ਜਿਹੜੇ ਦੋਨੋਂ ਵੈਕਸੀਨੇਸ਼ਨ ਜਾਂ 3 ਜਾਂ 4 ਜਾਂ 5 ਲਾਏ ਸੀ ਡਿਫਰੈਂਟ ਕਾਈਂਡ ਦੇ, ਉਹਨਾਂ ਦੀ ਇਫੈਕਟਿਵਨੈਸ ਹੋਏ। ਐਟਲੀਸਟ ਜਿਹੜਾ ਮੇਨ ਬਾਡੀ ਤੇ ਤਾਂ ਹੋ ਸਕਦੀ ਹੈ, ਵੇਰੀਏਸ਼ਨ ਤੇ ਹੋ ਸਕਦਾ ਵੀ ਪੂਰੀ ਨਾ ਹੋਏ। ਇਸੇ ਕਰਕੇ ਹੁਣ ਜਿਹੜੀਆਂ ਕੰਪਨੀਜ਼ ਨੇ ਅਗਲੇ ਸਾਲ ਵੈਕਸੀਨੇਸ਼ਨ ਬਣਾ ਰਹੀਆਂ ਨਵਾਂ, ਕਿ ਜਿਹੜਾ ਵੇਰੀਐਂਟ ਤੇ ਵੀ ਕੰਮ ਕਰੇ। ਕੈਨੇਡਾ ਵਿੱਚ ਪਲਾਂਟ ਬੇਸਡ ਵੈਕਸੀਨੇਸ਼ਨ ਹੋ ਰਿਹਾ। ਸੋ ਵੈਕਸੀਨੇਸ਼ਨ ਦੀ ਮੈਂ ਸਾਰੀ ਤੁਹਾਨੂੰ ਗੱਲ ਮੈਂ ਤਾਂ ਸ਼ੇਅਰ ਕੀਤੀ ਹੈ ਕਿ ਨੌਲੇਜ ਹੋਣਾ ਚਾਹੀਦਾ ਸਾਡੇ ਸਾਰਿਆਂ ਦੇ ਵਿੱਚ ਕਿ ਇਹ ਵੈਕਸੀਨੇਸ਼ਨ ਦੀ ਖੇਡ ਜਿਹੜੀ ਦੌੜ ਚੱਲੀ ਪਈ ਹੈ। ਉਹ ਇਹਦਾ ਜਿਹੜਾ ਮੈਥਡ ਹੈ ਉਹਨੂੰ ਮੋਡੀਫਾਈ ਕੀਤਾ ਗਿਆ, ਕਿ ਜਿਹੜਾ mRNA ਜਿਹੜਾ ਕਿ ਉਹਦਾ ਵਿੱਚੋਂ ਦੀ ਜਿਹੜੀ ਬਣਤਰ ਹੈ ਉਹਨੂੰ ਚੇਂਜ ਕਰਕੇ ਕਦੀ ਵੀ ਇਫੈਕਟਿਵਨੈਸ ਉਹਦੀ ਜਿਹੜੀ ਵੈਕਸੀਨੇਸ਼ਨ ਦੀ ਨਵਾਂ ਲਿਆ ਕੇ ਬਦਲ ਸਕਦੇ ਨੇ। ਸੋ ਓਵਰਆਲ ਜਿਹੜਾ ਨਾ ਇੱਥੋਂ ਤੱਕ ਸਟੇਜ ਹੈ। ਸੋ ਅੱਜ ਜਿਹੜੀ ਗੱਲ ਪਹੁੰਚੀ ਹੈ, ਤੁਹਾਨੂੰ ਪਤਾ ਵੀ ਕੀ ਹੋਇਆ ਸਵੇਰੇ। ਬਿਲਕੁਲ ਡਾਕਟਰ ਚੀਮਾ, ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਨੂੰ ਸਭ ਕੁਝ ਦੱਸ ਦਿੱਤਾ ਕਿ ਕੀ ਕੁਝ ਹੋਇਆ ਸੀ, ਕਿੱਥੋਂ ਚੱਲਿਆ ਸੀ, ਕਿਵੇਂ ਵੈਕਸੀਨ ਲੱਗੀਆਂ ਤੇ ਕਿਸ ਤਰ੍ਹਾਂ ਅੱਜ ਕਿਹੜੇ ਮੋੜ ਤੇ ਅਸੀਂ ਆ ਕੇ ਖੜੇ ਹਾਂ। ਸੋ ਫੈਡਰਲ ਸਰਕਾਰ ਨੇ, ਹੈਲਥ ਕੈਨੇਡਾ ਨੇ ਕਲੀਅਰਲੀ ਕਹਿ ਦਿੱਤਾ ਦਿਸ ਇਜ਼ ਨਾਟ ਦ ਟਾਈਮ ਟੂ ਟਰੈਵਲ। ਹੁਣ ਇਸ ਟਾਈਮ ਤੇ ਤੁਸੀਂ ਵਰਲਡ ਵਾਈਡ ਜੇ ਟਰੈਵਲ ਕਰਨ ਦੀ ਸੋਚ ਰਹੇ ਆ ਤਾਂ ਆਪਣੀਆਂ ਜਿਹੜੀਆਂ ਕਰ ਰਹੇ ਆ, ਤੁਸੀਂ ਟਿਕਟਸ ਬੁੱਕ ਕਰ ਰਹੇ ਆ, ਉੱਥੇ ਹੀ ਸਟਾਪ ਕਰ ਲਓ, ਕਿਉਂਕਿ ਹੁਣ ਹੋ ਸਕਦਾ ਹੈ ਕਿ ਓਮੀਕਰੋਨ ਦਾ ਵੇਰੀਐਂਟ ਕਿਸੇ ਵੀ ਦੇਸ਼ ਦੇ ਵਿੱਚ ਹੋ ਸਕਦਾ। ਤੁਸੀਂ ਜ਼ਿਕਰ ਕੀਤਾ ਕਿ 1 ਜਾਂ 2 ਮੌਤਾਂ ਰਿਪੋਰਟ ਹੋਈਆਂ ਨੇ, ਜ਼ਿਆਦਾ ਨਹੀਂ ਹੋਈਆਂ। ਯੂਕੇ ਦੇ ਵਿੱਚ ਅਸੀਂ ਦੇਖਿਆ ਕਿ 1 ਮੌਤ ਰਿਪੋਰਟ ਹੋਈ ਹੈ। ਹੁਣ ਇੱਥੇ ਸਾਡੇ ਲੋਕਲ BC ਦੇ ਵਿੱਚ ਕਹਿ ਰਹੇ ਨੇ ਕਿ ਰਿਪੋਰਟ ਇੰਨੇ ਜ਼ਿਆਦਾ ਓਮੀਕਰੋਨ ਕੇਸ ਨਹੀਂ ਹੋ ਰਹੇ, ਡੈਲਟਾ ਵੇਰੀਐਂਟ ਦੇ ਕੇਸ ਰਿਪੋਰਟ ਹੋ ਰਹੇ ਆ, ਪਰ ਓਮੀਕਰੋਨ ਦੇ ਜੇ ਹੋਣ ਲੱਗੇ ਤਾਂ ਉਹ ਫੈਲਦਾ ਬਹੁਤ ਤੇਜ਼ੀ ਨਾਲ ਹੈ। ਹੁਣ ਕਈ ਵਾਰ ਕਹਿੰਦੇ ਆ ਕਿ ਇੱਕ ਹੋਟਲ ਦੇ ਵਿੱਚ ਕੋਈ ਲੋਕ ਖੜੇ ਸੀ, ਸੋ ਉਹ ਇੱਕ ਐਗਜ਼ਾਮਪਲਸ ਵੀ ਦੇ ਰਹੇ ਨੇ ਕਿ ਇੱਕ ਨੇ ਡੋਰ ਖੋਲ੍ਹਿਆ, ਦੂਜੀ ਨੇ ਫੂਡ ਚੱਕਣ ਦੇ ਲਈ ਖੋਲ੍ਹਿਆ ਤੇ ਇੰਨੇ ਟਾਈਮ 'ਚ ਹੀ ਟਰਾਂਸਮਿਟ ਹੋ ਗਿਆ। ਇੰਨੀ ਜਲਦੀ ਫੈਲਦਾ ਜੀ ਇਹ? ਦੇਖੋ, ਜਿਹੜੀਆਂ ਵੀ ਗੱਲਾਂ ਆ ਰਹੀਆਂ ਨੇ ਸਾਰੀਆਂ ਬਾਹਰ, ਤੇ ਇਹ ਕੋਈ ਪ੍ਰੋਬਲਮ ਹੈ ਤੇ ਤਾਂ ਹੀ ਏਡੀਆਂ ਵੱਡੀਆਂ ਗੱਲਾਂ ਹੋ ਰਹੀਆਂ। ਨਹੀਂ ਤੇ 50 ਮੁਲਕਾਂ ਦੇ ਵਿੱਚ ਜਿੱਥੇ ਫੈਲ ਗਿਆ। ਆਪਣਾ ਜਿਹੜਾ ਪ੍ਰੋਗਰਾਮ ਸੀ, ਮੈਂ ਕਿਹਾ 2 ਹਫ਼ਤੇ ਪਹਿਲਾਂ ਸੀ, ਪਿਛਲੇ ਹਫ਼ਤੇ ਪ੍ਰੋਗਰਾਮ ਦੇ ਕਰਨ ਤੋਂ ਬਾਅਦ ਅੱਜ 7 ਦਿਨਾਂ ਬਾਅਦ ਇਹਦੀ ਜਿਹੜੀ ਸਪੀਡ ਬੜੀ ਫਾਸਟ ਚੱਲੀ ਹੈ। ਤੇ ਇਸ ਕਰਕੇ ਜੋ ਵੀ ਗੱਲ ਕਰਦੇ ਪਏ ਨੇ ਇਸ ਟਾਈਮ ਦੇ ਵਿੱਚ ਆਪਾਂ ਨੂੰ ਕਿੰਤੂ ਪਰੰਤੂ ਕਰਨ ਦਾ ਤੇ ਕੋਈ ਫਾਇਦਾ ਨਹੀਂ, ਕਿਉਂਕਿ ਪ੍ਰੋਟੈਕਸ਼ਨ ਕਰਨੀ ਜਿਹੜੀ ਹੈ ਨਾ, ਓਵਰ ਪ੍ਰੋਟੈਕਸ਼ਨ ਕਰਨੀ ਇੰਪੋਰਟੈਂਟ ਹੈ, ਲੈਸ ਪ੍ਰੋਟੈਕਸ਼ਨ ਕਰਨੀ ਉਹ ਖਰਾਬੀ ਦੇ ਸਕਦੀ ਹੈ। ਹੁਣ ਦੇਖੋ, ਟਰੈਵਲ ਦੀ ਗੱਲ ਕਰੋ ਕਿ ਜਿਨ੍ਹਾਂ ਲੋਕਾਂ ਨੇ ਕੋਈ ਪਾਰਟੀ 'ਤੇ ਜਾਣਾ ਜਾਂ ਕਿਸੇ ਨੇ ਆਪਣੇ ਸ਼ਾਦੀਆਂ 'ਤੇ ਜਾਣਾ ਜਾਂ ਕਿਸੇ ਮਿਲਣ ਕਿਤੇ ਤੁਸੀਂ ਵਿਜ਼ਿਟ ਕਰਨਾ ਸੀ ਹੋਰ ਕਿਸੇ ਕੰਮ ਲਈ, ਉਹ ਤੁਹਾਨੂੰ ਪੋਸਟਪੋਨ ਕਰਨਾ ਪੈਣਾ। ਮੈਂ ਪਰਸਨਲੀ ਕਿਤੇ ਜਾਣਾ ਸੀ ਸ਼ਾਦੀ 'ਤੇ ਅਤੇ ਸਟੇਟਸ ਦੇ ਵਿੱਚ ਸਾਨੂੰ ਬੰਦ ਕਰਨਾ ਪਿਆ। ਆਪਾਂ ਜਾ ਕੇ ਇੱਦਾਂ ਨੋਨ ਐਸੈਂਸ਼ੀਅਲ ਟਰੈਵਲ ਤਾਂ ਨਹੀਂ ਕਰ ਸਕਦੇ ਨਾ, ਘਰਦਿਆਂ ਨੂੰ ਵਕਤ ਪਾਵਾਂਗੇ, ਆਪ ਵੀ ਵਕਤ ਹੋਏਗਾ। ਇਹ ਟਿਪੀਕਲ ਸਟੋਰੀ ਸਾਡੀ ਸਾਰਿਆਂ ਦੀ। ਸਾਨੂੰ ਇਹ ਫੈਸਲਾ ਕਰਨਾ ਪੈਣਾ ਕਿ $200-400 ਜਿਹੜਾ ਤੁਹਾਡਾ ਕੈਂਸਲੇਸ਼ਨ ਦੀ ਕੋਈ ਪ੍ਰੋਬਲਮ ਹੁੰਦੀ ਉਹਨੂੰ ਖ਼ਤਮ ਕਰੋ ਤੇ ਇਸ ਸਿਆਪੇ 'ਚ ਨਾ ਪਾਓ। ਜੇ ਟਰੈਵਲ ਕਰੋਗੇ ਤੇ ਜਦੋਂ 2021-20 ਦੇ ਵਿੱਚ ਲੋਕਾਂ ਨੇ ਟਰੈਵਲ ਕੀਤਾ ਸੀ ਇੰਡੀਆ ਤੋਂ ਲਿਆਉਣ ਵਾਸਤੇ, ਕਿੰਨਾ ਗਵਰਨਮੈਂਟ ਦਾ ਖਰਚਾ ਹੋਇਆ ਸੀ, ਟੈਕਸ ਪੇਅਰ ਦੇ ਪੈਸੇ ਲੱਗੇ ਸਨ, ਲੋਕ ਆਪ ਬੜੇ ਖਰਾਬ ਹੋਏ ਸੀ। ਤੁਹਾਨੂੰ ਪਹਿਲਾਂ ਉੱਥੇ ਕਿੰਨੇ ਪਲੇਨ ਤੁਹਾਡੇ ਵਾਸਤੇ ਭੇਜੇ ਗਏ ਸੀ ਗਵਰਨਮੈਂਟ ਆਫ ਕੈਨੇਡਾ ਨੇ। ਸੋ ਇਹ ਗੱਲਾਂ ਸਾਰੀਆਂ ਸਾਨੂੰ ਹੁਣ ਧਿਆਨ ਕਰਨਾ ਪੈਣਾ। ਇਹ ਜਾ ਕੇ ਨਹੀਂ ਕਹਿ ਸਕਦੇ ਵੀ ਦੇਖੀ ਜਾਏਗੀ। ਸਾਡੀ ਇੱਕ ਆਦਤ ਹੁੰਦੀ ਹੈ ਕਿ ਕੋਈ ਗੱਲ ਨਹੀਂ ਬਾਅਦ 'ਚ ਦੇਖ ਲਾਂਗੇ। ਬਾਅਦ 'ਚ ਦੇਖਣ ਵਾਲੀ ਗੱਲ ਤੇ ਕੋਈ ਨਹੀਂ। ਜੇ ਤੁਸੀਂ ਟਰੈਵਲ ਕਰਨਾ ਤੇ ਤੁਸੀਂ ਆਪਣੇ ਰਿਸਕ 'ਤੇ ਜਾਣਾ, ਕਿਉਂਕਿ ਉਹ ਤੁਹਾਨੂੰ ਇਹਦੇ ਵਿੱਚੋਂ ਤੁਹਾਡੀ ਕੋਈ ਬਾਂਹ 'ਤੇ ਕੋਈ ਮਰੋੜ ਨਹੀਂ ਸਕਦਾ ਵੀ ਤੁਸੀਂ ਨਹੀਂ ਜਾਣਾ। ਪਰ ਜੇ ਤੁਸੀਂ ਜਾ ਕੇ ਉੱਥੇ ਵੀ ਫੈਲਦਾ ਪਿਆ। ਕਿਉਂਕਿ ਦੂਜੀ ਗੱਲ ਇਹ ਲੋਕੀ ਸਾਰੇ ਕਹਿੰਦੇ ਨੇ ਵੀ ਕਿ ਇਹ ਤੇ ਕੋਈ ਬੜੀ ਵੱਡੀ ਗੱਲ ਨਹੀਂ, ਇਹ ਤੇ ਹੁਣ ਇਸ ਤਰ੍ਹਾਂ ਹੀ ਚੱਲਦਾ ਰਹਿਣਾ, ਇਸ ਤਰ੍ਹਾਂ ਚੱਲਦਾ ਨਹੀਂ ਰਹਿਣਾ। ਕੋਈ ਵੀ ਮਾੜੀ ਚੀਜ਼ ਨੂੰ ਆਪਾਂ ਯੂਜ਼ ਟੂ ਨਹੀਂ ਹੁੰਦੇ, ਆਪਾਂ ਉਸ ਚੀਜ਼ ਨੂੰ ਰੋਕਥਾਮ ਵਾਸਤੇ ਸਾਰੇ ਕੰਮ ਕਰਨੇ ਪੈਣੇ ਨੇ। ਸੋ ਬੀ ਕੇਅਰਫੁਲ, ਕਿਉਂਕਿ ਐਕਸਾਈਟਮੈਂਟ ਦੇ ਵਿੱਚ ਜਿਹੜਾ ਨਾ ਇਮੋਸ਼ਨਲੀ ਹੋ ਕੇ ਟਰੈਵਲ ਕਰਨਾ ਤੇ ਲੌਜੀਕਲੀ ਤੁਹਾਨੂੰ ਜੇ ਨਹੀਂ ਜ਼ਰੂਰਤ, ਜਿਹੜਾ ਕੰਮ ਤੁਹਾਡਾ ਉੱਦਾਂ ਹੋ ਸਕਦਾ। ਜੇ ਤੁਸੀਂ ਨਹੀਂ ਜਾ ਸਕਦੇ ਕਿਸੇ ਨੂੰ ਸ਼ਾਦੀ ਤੇ, ਉਸ ਤਰ੍ਹਾਂ ਤੁਸੀਂ ਵਧਾਈ ਦੇ ਸਕਦੇ। ਬਥੇਰੇ ਤਰੀਕੇ ਨੇ, ਇੱਕ ਤਰੀਕਾ ਥੋੜ੍ਹਾ ਵੀ ਜਾ ਕੇ ਤੁਸੀਂ ਉਸੇ ਦਿਨ ਹੀ ਜਾਣਾ। ਅੱਗੇ ਵੀ ਤੁਸੀਂ ਕਿਸੇ ਤਰੀਕੇ 'ਚ ਆਪਾਂ ਕਿਸੇ ਤਰੀਕੇ ਨਾਲ ਸ਼ਾਮਲ ਹੋ ਸਕਦੇ ਹਾਂ। ਲੁੱਕ ਐਟ ਵਾਟਸ ਹੈਪਨਿੰਗ। ਅੱਜ ਦੇਖੋ ਹੁਣ BC ਦੇ ਵਿੱਚ
ਹੁਣ ਮੈਂ ਆਮ ਸ਼ੋਰ ਕਿ ਇੱਥੇ ਕੋਈ ਨਾ ਕੋਈ ਵਾਰਨਿੰਗ ਆਉਣੀ ਹੈ ਕਿ ਤੁਸੀਂ ਗੈਦਰਿੰਗ ਛੋਟੀਆਂ ਕਰਨੀਆਂ ਨੇ। ਗੈਦਰਿੰਗ ਬਾਰੇ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਵੀ ਕਿਹੋ ਜਿਹੀ ਚਾਹੀਦੀ ਗੈਦਰਿੰਗ ਘਰਾਂ ਦੇ ਵਿੱਚ। ਜਿਹੜੀਆਂ ਫੈਮਿਲੀ ਫੰਕਸ਼ਨਸ ਨੇ ਉਹ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਆਪਣੇ ਗੈਸਟ ਨੂੰ ਪੁੱਛੋਗੇ ਵੀ ਤੁਸੀਂ ਵੈਕਸੀਨੇਸ਼ਨ ਲਵਾਇਆ ਕਿ ਨਹੀਂ ਲਵਾਇਆ? ਕਈ ਵਾਰੀ ਹੁੰਦਾ ਵੀ ਆਪਾਂ ਸੰਗਦੇ ਰਹਿੰਦੇ ਹਾਂ, ਪਰ ਆਈ ਥਿੰਕ ਤੁਹਾਨੂੰ ਇਹ ਸੋਲਿਡ ਤੁਹਾਨੂੰ ਕਲੀਅਰਲੀ ਪੁੱਛਣਾ ਪੈਣਾ ਵੀ ਜੇ ਤੁਹਾਡੇ ਕੋਲ ਵੈਕਸੀਨੇਸ਼ਨ ਨਹੀਂ ਤੇ ਤੁਸੀਂ ਨਾ ਆਓ। ਇਹ ਨਹੀਂ ਇਹ ਅੱਗੇ ਰੁੱਖਾਪਨ ਤੇ ਨਹੀਂ ਹੈਗਾ, ਇਹਦੇ ਪ੍ਰੋਟੈਕਸ਼ਨ ਹੈ ਉਹਨਾਂ ਦੀ ਵੀ ਤੇ ਜਿਨ੍ਹਾਂ ਦਾ ਵੈਕਸੀਨੇਸ਼ਨ ਲੱਗਾ ਉਹਨਾਂ ਦੀ ਵੀ ਹੈਗੀ ਹੈ। ਦੂਸਰਾ ਹੈਗਾ ਵੀ ਤੁਹਾਡਾ ਜਿਹੜਾ ਬਹਿਣ ਦਾ ਤਰੀਕਾ, ਇੱਕ ਤੁਸੀਂ ਟੇਬਲ 'ਤੇ ਤੁਸੀਂ ਜੁੜ ਕੇ ਤੇ ਬਹਿ ਨਹੀਂ ਸਕਦੇ ਤੇ ਜਾਂ ਹੀ ਪਾਰਟੀਆਂ ਵਿੱਚ ਜਾ ਕੇ ਤੇ ਉਹ ਭੰਗੜਾ ਡਾਂਸ ਡੂੰਸ ਦਾ ਕੰਮ ਤੇ ਖਤਮ ਹੋ ਜਾਣਾ। ਹੁਣ ਉਹ ਤੇ ਗੱਲ ਬਣਨੀ ਨਹੀਂ, ਕਿਉਂਕਿ ਜਦੋਂ 10 ਬੰਦੇ ਹੋਣ 20 30 ਜਾਂ 40 ਬੰਦੇ ਜੇ ਉਹ ਇੱਕ ਦੋ ਨੂੰ ਵੀ ਹੋ ਗਿਆ ਉਹ ਬੜੀ ਜਲਦੀ ਫੈਲਣਾ। ਸੋ ਫਿਰ ਆਪਾਂ ਨੂੰ ਅਖੀਰ ਦੇ ਵਿੱਚ ਇਹੋ ਗੱਲ ਹੋਣੀ ਹੈ ਕਿ ਜੇ ਇੰਸਟਰਕਸ਼ਨਾਂ ਨਾ ਫਾਲੋ ਕੀਤੀਆਂ ਜੀ ਨੁਕਸਾਨ ਹੋਣਾ, ਫਿਰ ਬਿਜ਼ਨਸ 'ਤੇ ਵੀ ਨੁਕਸਾਨ ਹੋਣਾ, ਹਾਲਸ 'ਤੇ ਵੀ ਨੁਕਸਾਨ ਹੋਣਾ, ਪਾਰਟੀ ਜਗ੍ਹਾ 'ਤੇ ਨੁਕਸਾਨ ਹੋਣਾ, ਰੈਸਟੋਰੈਂਟਸ ਦੇ ਵਿੱਚ ਨੁਕਸਾਨ ਹੋਣਾ, ਆਵਾਜਾਈ 'ਤੇ ਫਰਕ ਪੈਣਾ। ਸੋ ਇਸ ਤੋਂ ਪਹਿਲਾਂ ਵੀ ਸਾਰਾ ਫਰਕ ਪਏ 2-4 ਹਫ਼ਤੇ ਪ੍ਰੀਕਾਸ਼ਨ ਲੈ ਕੇ ਜੇ ਬਚਾਅ ਹੁੰਦਾ ਉਹ ਮੱਚ ਬੈਟਰ ਹੈ। ਪ੍ਰੀਵੈਂਸ਼ਨ ਤੋਂ ਬੈਟਰ ਕੋਈ ਚੀਜ਼ ਨਹੀਂ ਹੈਗੀ। ਤੇ ਪ੍ਰੀਵੈਂਸ਼ਨ ਦੇ ਵਿੱਚ ਕਹਿੰਦੇ ਹੋਇਆ ਆਪਾਂ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਮੈਂ ਸਾਂਝਾ ਟੀਵੀ ਦੇ ਪ੍ਰੋਗਰਾਮ ਦੇ ਵਿੱਚੋਂ ਹਮੇਸ਼ਾ ਸਾਰਿਆਂ ਨੂੰ ਕਹੀਦਾ ਕਿ ਜਿਹੜੀ ਵੈਕਸੀਨੇਸ਼ਨ ਹੈ ਉਹ ਤੁਹਾਡੀ ਪ੍ਰਾਇਮਰੀ ਪ੍ਰੀਵੈਂਸ਼ਨ ਹੈ, ਫਸਟ ਲੇਅਰ ਹੈ ਤੁਹਾਡੇ ਵਾਸਤੇ। ਬਾਕੀ ਗੱਲਾਂ ਸਾਰੀਆਂ ਬਾਅਦ ਦੀਆਂ ਨੇ। ਜੇ ਤੁਹਾਡੇ ਕੋਲ ਵੈਕਸੀਨੇਸ਼ਨ ਹੈਗਾ ਤੁਹਾਡਾ ਬਚਾਅ ਹੈ। ਤੇ ਇੱਕ ਸਵਾਲ ਹੁੰਦਾ ਕਿ ਇੰਨੇ ਜੇ ਲੋਕਾਂ ਨੂੰ ਵੈਕਸੀਨੇਸ਼ਨ ਹੋਇਆ ਤੇ ਕਿਉਂ ਪ੍ਰੋਬਲਮ ਆ ਰਹੀ ਹੈ? ਇਹ ਵੀ ਤਾਂ ਸਵਾਲ ਬੜਾ ਲੋਕਾਂ ਦਾ ਤਿੱਖਾ ਸਵਾਲ ਹੈ ਵੀ ਇਹ ਫਿਰ ਵੈਕਸੀਨੇਸ਼ਨ ਬਾਰੇ ਜੇ ਸਾਰਾ ਠੀਕ ਸੀ ਤੇ ਕਿਉਂ ਹੋਇਆ? ਇਹ ਤਾਂ ਹੋ ਰਿਹਾ ਕਿ ਉਹਦੀ ਵੇਰੀਏਸ਼ਨ ਹੋ ਰਹੀ ਹੈ, ਪਲੱਸ ਜਿਹੜਾ ਵੈਕਸੀਨੇਸ਼ਨ ਨੇ ਉਹਨਾਂ ਦੀ 100% ਇਫੈਕਟਿਵਨੈਸ ਪਹਿਲੇ ਦਿਨ ਤੋਂ ਨਹੀਂ ਸੀ। ਕੋਈ 80% ਕਹਿ ਰਿਹਾ, ਕੋਈ 70% ਕਹਿ ਰਿਹਾ ਸੀ, ਹੁਣ ਕਹਿ ਰਹੇ ਸੀ ਵੀ ਹੋ ਸਕਦਾ ਇਹ ਜਿਹੜੀ ਹੈ ਨਿਊ ਵੇਰੀਐਂਟ ਉਹਦੇ ਨਾਲ ਇਫੈਕਟਿਵਨੈਸ ਨਾ ਹੋਏ। ਪਰ ਐਟਲੀਸਟ ਜੇ ਤੁਹਾਨੂੰ ਇਹ ਤਾਂ ਨਹੀਂ ਹੋ ਸਕਦਾ ਵੀ ਜੇ ਤੁਹਾਡੀ ਕੋਈ 100% ਪ੍ਰੋਟੈਕਸ਼ਨ ਨਹੀਂ, 90 ਆ ਜਾਏ, 95 ਆ ਜਾਏ, 80 ਆ ਜਾਏ, 70 ਆ ਜਾਏ, 50 ਆ ਜਾਏ, ਪ੍ਰੋਟੈਕਸ਼ਨ 0 ਨਾਲ ਤੇ ਬੈਟਰ ਹੀ ਹੈ ਨਾ। ਸੋ ਵੈਕਸੀਨੇਸ਼ਨ ਲਵਾਓ। ਤੇ ਫਿਰ ਆਪਾਂ ਗੱਲ ਕਰਨੇ ਆ ਬੱਚਿਆਂ ਬਾਰੇ ਵੀ, ਕਿਉਂਕਿ ਡਾਕਟਰ ਸਾਹਿਬ ਪਹਿਲੇ ਦਿਨ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਇਹ 100%, ਕੋਈ 97% ਕਹਿ ਰਿਹਾ, ਕੋਈ 98% ਕਹਿ ਰਿਹਾ, ਕੋਈ ਉਸ ਤੋਂ 70-80% ਕਹਿ ਰਿਹਾ। ਸੋ ਇਫੈਕਟਿਵਨੈਸ ਹੈਗੀ ਹੈ ਪਰ ਬਹੁਤ ਘੱਟ ਹੈਗੀ ਹੈ, ਵੀ ਪੂਰੀ 100% ਨਹੀਂ। ਕਿ ਹੁਣ 3rd ਡੋਜ਼ ਦਾ ਗੱਲ ਕਰ ਰਹੇ ਹਾਂ, ਬੱਚਿਆਂ ਤੋਂ ਪਹਿਲਾਂ ਆਪਾਂ 3rd ਡੋਜ਼ ਦੀ ਗੱਲ ਕਰ ਲਈਏ। ਹੁਣ ਬੂਸਟਰ ਡੋਜ਼ WHO ਤਾਂ ਬੂਸਟਰ ਡੋਜ਼ ਨੂੰ ਕਹਿ ਰਹੀ ਸੀ ਕਿ ਉਹਨਾਂ ਕੰਟਰੀਆਂ ਬਾਰੇ ਸੋਚੋ ਜਿਨ੍ਹਾਂ ਦੇ ਕੋਲੇ ਅਜੇ ਇੱਕ ਵੀ ਡੋਜ਼ ਨਹੀਂ ਪਹੁੰਚੀ, ਉਹਨਾਂ ਬਾਰੇ ਸੋਚੋ ਜਿਨ੍ਹਾਂ ਨੇ ਅਜੇ ਵੈਕਸੀਨੇਸ਼ਨ ਲਗਵਾਉਣਾ ਚਾਹੁੰਦੇ ਨੇ ਲੋਕ ਪਰ ਉਹਨਾਂ ਦੀ ਸਰਕਾਰ ਉਹਨਾਂ ਤੱਕ ਪਹੁੰਚਾ ਨਹੀਂ ਰਹੀ। ਫਿਰ ਦੂਜੇ ਪਾਸੇ ਜਿਹੜੀਆਂ ਚਾਹੇ ਅਮਰੀਕਾ ਹੋ ਜਾਏ ਜਾਂ ਕੈਨੇਡਾ ਹੋ ਜਾਏ ਜਾਂ ਇਸ ਵਰਗੀਆਂ ਕੰਟਰੀ ਜਿਹੜੀਆਂ ਨੇ ਉਹ ਬੂਸਟਰ ਡੋਜ਼ ਲਾਉਣ ਨੂੰ ਕਹਿ ਰਹੀਆਂ ਨੇ। ਹੁਣ ਲੋਕ ਕਹਿੰਦੇ ਕਿ ਇੱਕ ਪਾਸੇ ਕਹਿ ਰਹੇ ਬੂਸਟਰ ਡੋਜ਼ ਘੱਟ ਲਾਈ ਜਾਵੇ, ਇੱਕ ਪਾਸੇ ਬੂਸਟਰ ਡੋਜ਼ ਤੇ ਦਬਾਅ ਪਾਇਆ ਜਾ ਰਿਹਾ। ਤੁਹਾਨੂੰ ਕੀ ਲੱਗਦਾ ਬੂਸਟਰ ਡੋਜ਼ ਵੀ ਇਫੈਕਟਿਵ ਹੋਏਗੀ? ਦੇਖੋ, ਇਫੈਕਟਿਵ ਪਹਿਲੀ ਗੱਲ ਤੇ ਕਰੀਏ ਕਿ ਜਿਹੜੇ ਲੋਕਾਂ ਨੇ ਜਿਹੜੇ ਕੰਟਰੀਜ਼ ਦੇ ਵਿੱਚ ਵੈਕਸੀਨੇਸ਼ਨ ਨਹੀਂ ਸੀ, ਬਹੁਤ ਘੱਟ ਹੈ, ਉਹਨਾਂ ਵਾਸਤੇ ਇੱਕ WHO ਨੇ ਇੱਕ ਆਰਗੇਨਾਈਜੇਸ਼ਨ ਬਣਾਈ ਸੀ ਕਿ ਜਿਹਦੇ ਵਿੱਚ ਸਾਰੇ ਕੰਟਰੀਜ਼ ਨੇ ਫੰਡ ਕਰਕੇ ਜਿਹੜਾ ਐਨਫ ਵੈਕਸੀਨੇਸ਼ਨ ਦੀਆਂ ਡੋਜ਼ਸ ਚਾਹੁੰਦੇ ਸੀ ਅਵੇਲੇਬਲ ਹੋਏ। ਕੈਨੇਡਾ ਦੀ ਉਹਦੇ ਵਿੱਚ ਮੇਜਰ ਕੰਟਰੀਬਿਊਸ਼ਨ ਹੈ, ਆਈ ਥਿੰਕ ਕਲੋਜ਼ ਟੂ ਮੇਬੀ 139 ਮਿਲੀਅਨ, ਮੇਬੀ ਹੋਰ ਜ਼ਿਆਦਾ ਹੋ ਸਕਦੀ, ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ, ਪਰ ਕਾਫੀ ਜ਼ਿਆਦਾ ਕੰਟਰੀਬਿਊਸ਼ਨ ਹੈ। ਬਾਕੀ ਕੰਟਰੀਜ਼ ਨੇ ਵੀ ਕੀਤੀ ਸੀ, ਯੂਰਪੀਅਨ ਕੰਟਰੀਜ਼ ਨੇ ਵੀ ਕੀਤੀ। ਉਹ ਅੱਗੋਂ ਜਿਨ੍ਹਾਂ ਦੀ ਜਿਹੜੀ ਆਰਗੇਨਾਈਜੇਸ਼ਨ ਦੇ ਥੱਲੇ ਉਹਨਾਂ ਦਾ ਫਰਜ਼ ਬਣਦਾ ਵੀ ਉਹਨਾਂ ਲੋਕਾਂ ਨੂੰ ਜਾ ਕੇ ਸਪਲਾਈ ਕਰਨ। ਗੱਲ ਤਾਂ ਆਉਂਦੀ ਹੈ ਕਿ ਕਈ ਵਾਰੀ ਕਹਿੰਦੇ ਨੇ ਵੀ ਤੁਸੀਂ 3rd ਡੋਜ਼ ਕਿਉਂ ਲਵਾ ਰਹੇ ਹੋ, ਕਈਆਂ ਮੁਲਕਾਂ ਕੋਲ 2nd ਨਹੀਂ, ਪਰ ਤੁਸੀਂ ਇਹ ਨਹੀਂ ਨੋਟ ਕਰਦੇ ਪਏ ਵੀ ਜਿਨ੍ਹਾਂ ਕੋਲ ਹੈ ਐਟਲੀਸਟ ਉਹ ਤਾਂ ਆਪਣੀ ਪ੍ਰੋਟੈਕਸ਼ਨ ਕਰਨ। ਫੋਰ ਐਗਜ਼ਾਮਪਲ ਜਦੋਂ ਤੁਸੀਂ ਕਿਤੇ ਟਰੈਵਲ ਕਰਦੇ ਹੋ ਤੁਹਾਨੂੰ ਡਾਇਰੈਕਸ਼ਨਾਂ ਕੀ ਮਿਲਦੀਆਂ ਨੇ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਪਹਿਲਾਂ ਆਪਣੇ ਆਪ ਨੂੰ ਫਿਕਸ ਕਰੋ, ਫਿਰ ਨਾਲ ਦੇ ਕਿਸੇ ਦੀ ਹੈਲਪ ਕਰੋ। ਜੇ ਤੁਹਾਡਾ ਆਪਣਾ ਹੀ ਅਜੇ ਘਰ ਦਾ ਕੰਮ ਠੀਕ ਨਹੀਂ, ਵੈਕਸੀਨੇਸ਼ਨ ਠੀਕ ਨਹੀਂ, ਤੁਸੀਂ 3rd ਡੋਜ਼ ਤੁਹਾਨੂੰ ਜਦੋਂ ਅਵੇਲੇਬਲ ਹੈ ਨਹੀਂ ਲਵਾ ਰਹੇ, 2nd ਡੋਜ਼ ਵੀ ਤੁਸੀਂ ਨਹੀਂ ਲਵਾਈ। ਕਈਆਂ ਨੇ ਤਾਂ ਅਜੇ ਤੱਕ ਐਡੀ ਗਲਤੀ ਕੀਤੀ ਹੈ ਵੀ ਪਹਿਲੀ ਡੋਜ਼ ਵੀ ਨਹੀਂ ਲਵਾਈ। ਕਈ ਇਹੋ ਜਿਹੇ ਵੀ ਬੰਦਿਆਂ ਨੂੰ ਮੈਂ ਜਾਣਦਾ, ਕਈਆਂ ਨੂੰ ਮੈਂ ਜਿਨ੍ਹਾਂ ਦੇ ਘਰ ਦੇ ਵਿੱਚ ਸਾਰਿਆਂ ਨੂੰ ਲੱਗਾ ਇੰਜੈਕਸ਼ਨ, ਇੱਕ ਅੱਧਾ ਜ਼ਰੂਰ ਹੈਗਾ ਜਿਹੜਾ ਕਿ ਪੰਗਾ ਪਾਈ ਬੈਠਾ ਇਹ ਨਹੀਂ ਜੀ ਇਹ ਵੈਕਸੀਨੇਸ਼ਨ ਠੀਕ ਨਹੀਂ ਜੀ, ਜਾਂ ਮੇਰੀ ਬਾਡੀ ਨੇ ਕੀ ਖੋਇਆ, ਮੈਂ ਤਾਂ ਨਹੀਂ ਇਹ ਕਰਨਾ। ਪਰ ਇਹ ਗੱਲਾਂ ਜਿਹੜੀਆਂ ਨਾ ਆਮ ਐਕਚੁਅਲੀ ਬੜਾ ਸਰਪ੍ਰਾਈਜ਼ ਹਾਂ ਕਿ ਜਿਹੜੇ ਨਾ ਕਈ ਵਾਰੀ ਬੱਚੇ ਜਿਹੜੇ ਨਾ ਸੁਣਦੇ ਨੇ।
ਹੋ ਸਕਦਾ ਵੀ ਉਹਨਾਂ ਨੂੰ ਹੁੰਦਾ ਵੀ ਸਾਨੂੰ ਜ਼ਿਆਦਾ ਨੌਲੇਜ ਹੈ। ਜਿਹੜੀ ਚੀਜ਼ ਦਾ ਉਹਨਾਂ ਨੂੰ ਨੌਲੇਜ ਹੈ ਉਹਦੀ ਗੱਲ ਸੁਣੋ। ਜੇ ਉਹਨਾਂ ਨੂੰ ਸਾਇੰਸ ਬਾਰੇ ਤਾਂ ਨਹੀਂ ਪਤਾ, ਜਿਹੜਾ ਬੰਦਾ ਕੋਈ ਇਸ ਪ੍ਰੋਫੈਸ਼ਨ ਵਿੱਚ ਨਹੀਂ ਹੈਗਾ ਉਹਨੂੰ ਚਾਹੀਦੇ ਕਿ ਪ੍ਰੋਫੈਸ਼ਨਲ ਬੰਦਿਆਂ ਦੀ ਇਨਫੋਰਮੇਸ਼ਨ ਲਓ। ਜੇ ਤੁਸੀਂ ਸਮਝਦੇ ਹੋ ਵੀ ਤੁਸੀਂ, ਕਈਆਂ ਨੂੰ ਆਪਣਿਆਂ ਨੇ ਹੁੰਦਾ ਕਈ ਵਾਰੀ ਵੀ ਆਪਣੇ ਡਾਕਟਰ ਬੋਲੀ ਜਾਂਦੇ ਨੇ, ਇਹਨਾਂ ਨੂੰ ਤਾਂ ਪਤਾ ਨਹੀਂ ਪੂਰਾ, ਅਸੀਂ ਕਿਸੇ ਹੋਰ ਕੋਲ ਜਾਣਾ, ਅਤੇ ਜਦੋਂ ਹੋਰ ਕੋਲ ਜਾਓਗੇ ਉਹਨਾਂ ਵੀ ਬੋਲਣਾ। ਜੇ ਤੁਸੀਂ ਆਪਣੇ ਡਾਕਟਰਾਂ ਦੀ ਗੱਲ ਕਰਨੀ ਹੈ, ਕੈਨੇਡਾ ਦਾ ਕੋਈ ਚੈਨਲ ਵੇਖ ਲਓ ਲਾ ਕੇ, ਉੱਥੇ ਤੁਹਾਨੂੰ ਹਰ ਤਰ੍ਹਾਂ ਦੇ ਡਾਕਟਰ ਮਿਲਦੇ ਨੇ। ਬਿਲਕੁਲ ਇਹ ਤਾਂ ਨਹੀਂ ਇਹ ਕੋਈ 1970 ਤਾਂ ਹੈ ਨਹੀਂ, 1990 ਤਾਂ ਹੈ ਨਹੀਂ ਵੀ ਕੋਈ 2-4 ਹੀ ਡਾਕਟਰ ਨੇ। ਸਾਰੇ ਲੋਕ ਆਪਣੇ ਹਰ ਪ੍ਰੋਫੈਸ਼ਨ ਦੇ ਵਿੱਚ ਅੱਗੇ ਨੇ। ਅਤੇ ਜਿਹੜਾ ਇਨਫੈਕਸ਼ੀਅਸ ਡਿਜ਼ੀਜ਼ ਦੇ ਵਿੱਚ ਕੋਈ ਵੀ ਤੁਸੀਂ ਚੈਨਲ ਔਨ ਕਰ ਲਓ, ਕੋਈ ਨਾ ਕੋਈ ਤੁਹਾਨੂੰ ਬੰਦਾ ਮਿਲਦਾ, ਜਾਂ ਕੋਈ ਵੀ ਇਨਸਾਨ ਜਿਹੜਾ ਐਕਸਪਲੇਨ ਕਰਦਾ ਪਿਆ ਉਹ ਤੁਹਾਡੇ ਵਰਗਾ ਹੀ ਹੈ। ਸੋ ਇਸ ਗੱਲ ਦੀ ਵੀ ਬਾਇਸ ਦਿਮਾਗ 'ਚੋਂ ਕੱਢ ਦਿਓ ਵੀ ਇਹ ਜਿਹੜਾ ਬੋਲਦੇ ਪਏ ਨੇ ਠੀਕ ਨਹੀਂ ਬੋਲਦੇ ਪਏ, ਜਾਂ ਇਹਨਾਂ ਕੋਲ ਨੌਲੇਜ ਨਹੀਂ ਹੈਗਾ। ਅਤੇ ਇਹ ਵੀ ਦਿਮਾਗ 'ਚੋਂ ਕੱਢ ਦਿਓ ਵੀ ਜਿਹੜੇ ਕੰਟਰੀਆਂ ਵਿੱਚੋਂ ਜਿਹੜੇ ਮੇਨ ਵੈਕਸੀਨੇਸ਼ਨ ਨਹੀਂ ਹੈਗੇ, ਅਤੇ ਉਹ ਜਿਹੜੇ ਆਪ ਵੈਕਸੀਨੇਸ਼ਨ ਬਣਾ ਰਹੇ ਨੇ ਉਹ ਇਫੈਕਟਿਵ ਨਹੀਂ। ਇਹ ਵੀ ਗੱਲ ਗਲਤ ਹੈ, ਕਿਉਂਕਿ ਇੰਡੀਆ ਬਾਰੇ ਵੀ ਲੋਕਾਂ ਨੇ ਸ਼ੁਰੂ ਕਰਤਾ ਸੀ ਵੀ ਉੱਥੋਂ ਵੈਕਸੀਨੇਸ਼ਨ ਆ ਰਹੇ, ਹੋ ਸਕਦਾ ਨਾ ਠੀਕ ਹੋਣ। ਇਹ ਸਾਰੀਆਂ ਗੱਲਾਂ ਜਿਹੜੀਆਂ ਫਾਲਤੂ ਨੇ, ਆਪਣੇ ਸਾਡੇ ਬਾਇਸ ਨੇ, ਸਾਡੀ ਆਪਣੀ ਇਨਸਿਕਿਉਰਿਟੀ ਹੈ, ਜਿਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਚੈਨਲ ਕਰਨੇ ਆ, ਜਾਣਾ ਹੁੰਦਾ A ਪੁਆਇੰਟ ਨੂੰ D ਪੁਆਇੰਟ ਨੂੰ ਪਹੁੰਚ ਜਾਂਦੇ ਆ। ਸੋ ਉਹਨਾਂ ਗੱਲਾਂ ਤੋਂ ਬਚਾਅ ਰੱਖੋ, ਕਿਉਂਕਿ ਜਿਹੜਾ ਵੈਕਸੀਨੇਸ਼ਨ ਹੈ ਨਾ, ਜਿੱਥੋਂ ਵੀ ਤੁਹਾਨੂੰ ਮਿਲਦਾ, ਜਿੱਥੋਂ ਵੀ ਪ੍ਰੋਡਕਸ਼ਨ ਆ ਰਹੀ ਹੈ, ਉਹ ਸਾਰੀ ਉਹਨਾਂ ਨੇ ਆਲਰੇਡੀ ਜੇ ਮਿਲੀਅਨਸ ਲੋਕਾਂ ਨੂੰ ਆਲਰੇਡੀ ਡੋਜ਼ਸ ਲੱਗ ਚੁੱਕੀਆਂ ਨੇ। ਉਹ ਫਾਇਦਾ ਹੋਇਆ ਤਾਂ ਹੀ ਗੱਲ ਬਣੀ ਹੈ। ਅੱਜ ਦੇ ਟਾਈਮ ਦੇ ਵਿੱਚ ਮੇਰੇ ਖਿਆਲ 7 ਜਾਂ ਆਈ ਥਿੰਕ 8 ਬਿਲੀਅਨ ਡੋਜ਼ਸ ਨੇ। ਦੈਟ ਮੀਨਸ ਵੀ 4 ਬਿਲੀਅਨ ਲੋਕਾਂ ਨੂੰ ਤਾਂ ਇੰਜੈਕਸ਼ਨ ਲੱਗ ਹੀ ਚੁੱਕੇ ਨੇ, ਫਸਟ ਔਰ ਸੈਕਿੰਡ ਡੋਜ਼। ਅਤੇ ਜੇ ਆਪਾਂ ਨੂੰ 5 ਤੋਂ 11 ਸਾਲ ਦੇ ਬੱਚਿਆਂ ਬਾਰੇ ਵੀ ਮੈਂ ਗੱਲ ਕਰਨੀ ਹੈ, ਅਤੇ ਅੱਗੇ ਜਾ ਕੇ ਵੀ ਉਹਨਾਂ ਬਾਰੇ ਕੀ ਹੋ ਰਿਹਾ। ਸੋ ਆਪਣੇ ਬਾਇਸ ਛੱਡ ਕੇ, ਜਿਹੜਾ ਤੁਹਾਡਾ ਪਰਸਨਲ ਬਾਇਸ ਹੈ, ਜਾਂ ਤੁਹਾਨੂੰ ਐਜੂਕੇਸ਼ਨ ਦਾ ਨਹੀਂ ਪਤਾ ਇਸ ਗੱਲ ਬਾਰੇ, ਜਾਂ ਤੁਹਾਨੂੰ ਆਪਣੀ ਤੁਸੀਂ ਆਲਰੇਡੀ ਦਿਮਾਗ ਦੇ ਵਿੱਚ ਗਲਤਫਹਿਮੀ ਬਣਾਈ ਹੈ, ਉਹਨੂੰ ਛੱਡ ਕੇ ਤੁਸੀਂ ਜਿਹੜਾ ਵੀ ਤੁਹਾਡਾ ਅਥੈਂਟਿਕ ਸੋਰਸ ਹੈ, ਤੁਸੀਂ ਪ੍ਰੋਫੈਸ਼ਨਲ ਬੰਦੇ ਨਾਲ, ਇੱਕ ਨਾਲ ਨਹੀਂ ਸੈਟਿਸਫੈਕਸ਼ਨ, ਦੂਜੇ ਨਾਲ ਗੱਲ ਕਰ ਲਓ, ਦੂਜੇ ਨੇ ਤੀਜੇ ਨਾਲ ਗੱਲ ਕਰ ਲਓ। ਪਰ ਜਿਹੜੇ ਵੀ ਪ੍ਰੋਫੈਸ਼ਨਲ ਨੇ ਉਹ ਸਾਰਿਆਂ ਨੇ ਇੱਕੋ ਗੱਲ ਹੀ ਕਰਨੀ ਹੈ। ਕੰਟਰੀ ਵਿੱਚ ਇੱਕੋ ਮੈਸੇਜ ਆ ਰਿਹਾ, BC ਤੋਂ ਲੈ ਕੇ ਸੇਂਟ ਜੌਨਸ ਤੱਕ ਇੱਕੋ ਮੈਸੇਜ ਹੈ, ਕੋਈ ਦੋ ਮੈਸੇਜ ਤਾਂ ਹੈ ਨਹੀਂ। ਹਵਾ ਦੇ ਰਸਤੇ ਟਰੈਵਲ ਕਰਦਾ ਪਿਆ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਬਹੁਤ ਇੰਪੋਰਟੈਂਟ ਨੇ। ਮੈਂ ਸਮਝਦਾ ਵੀ ਰਿਪੀਟ ਕਰਨੀਆਂ ਤਾਂ ਅੱਜ ਸੀ ਜ਼ਰੂਰੀ ਕਿ ਅੱਜ ਨਾਨ ਅਸੈਂਸ਼ੀਅਲ ਟਰੈਵਲ ਤੋਂ ਬਚੋ। ਆਪਣੀਆਂ ਜਿਹੜੀਆਂ ਨੇ ਤੁਹਾਡੀਆਂ ਜਾਨ ਦੇ ਚੱਕਰ ਬੰਦ ਕਰੋ, ਅਤੇ ਤਾਂ ਕਿ ਬਚਾਅ ਰੱਖੋ। ਇਹ ਨਾ ਹੋਵੇ ਵੀ ਤੁਸੀਂ ਜਾ ਕੇ ਏਅਰਪੋਰਟ 'ਤੇ ਫਸ ਜਾਓ। ਕੈਨ ਯੂ ਇਮੈਜਿਨ ਵੀ ਤੁਸੀਂ ਜਾ ਕੇ ਬੜੇ ਸ਼ੌਕ ਨਾਲ ਗਏ ਹੋ, ਟਿਕਟ ਲਈ, ਬੜਾ ਟੂ ਕੱਢ ਕੇ ਆਪਣਾ ਸਮਾਨ ਲਿਆ, ਛੁੱਟੀ ਲਈ, ਅਤੇ ਜਾ ਕੇ ਏਅਰਪੋਰਟ 'ਤੇ ਬਹਿ ਗਏ, ਅਤੇ ਜਾ ਕੇ ਉੱਥੇ 7 ਦਿਨ ਤੁਹਾਨੂੰ ਬਿਠਾ ਲਿਆ, ਨਾ ਤੁਸੀਂ ਆਉਣ ਜਾਓਗੇ ਨਾ ਜਾਣ ਜਾਓਗੇ। ਫਿਰ ਤੁਸੀਂ ਬਲੇਮ ਕਰਨਾ, ਅਖੀਰ ਦੇ ਵਿੱਚ ਆ ਕੇ ਸਰਕਾਰ ਨੂੰ ਬਲੇਮ ਕਰਦੇ ਲੋਕ, ਜਾਂ ਡਾਕਟਰ ਨੂੰ ਬਲੇਮ ਕਰਨਾ। ਬੱਚਿਆਂ ਨੂੰ ਵੀ ਹੁਣ ਸਕੂਲਾਂ ਦੇ ਵਿੱਚ ਪੂਰੀ ਲੈਟਰ ਆਈ ਹੈ ਸਕੂਲ ਦੇ ਵੱਲੋਂ, ਇਹ ਕਿਹਾ ਗਿਆ ਕਿ ਜੇ ਤੁਸੀਂ ਬਾਹਰ ਆਊਟਸਾਈਡ ਕੰਟਰੀ ਟਰੈਵਲ ਕਰਦੇ ਆ ਤਾਂ 14 ਦਿਨ ਕੁਆਰੰਟੀਨ ਕਰਨਾ ਲਾਜ਼ਮੀ ਹੈ, ਤੁਸੀਂ ਲਾਜ਼ਮੀ ਕੁਆਰੰਟੀਨ ਮੰਨ ਕੇ ਚੱਲੋ। ਸੋ ਇਹ ਹੈ ਕਿ ਕੁਆਰੰਟੀਨ ਦੇ ਚੱਕਰ ਵੀ ਆ ਸਕਦੇ ਨੇ, ਵਰਕ ਫਰੋਮ ਹੋਮ ਵੀ ਦੁਬਾਰਾ ਆ ਸਕਦਾ, ਰਿਸਟ੍ਰਿਕਸ਼ਨਸ ਵੀ ਹੋ ਸਕਦੀਆਂ, ਗੈਦਰਿੰਗ ਵੀ ਦੁਬਾਰਾ 50 ਤੇ ਹੋ ਸਕਦੀ ਹੈ, ਤੇ ਬਹੁਤ ਕੁਝ ਹੋ ਸਕਦਾ। ਬੱਚਿਆਂ ਦੀ ਅਸੀਂ ਬਹੁਤ ਖੁਸ਼ੀ ਹੋਈ ਸੀਗੀ ਜਦੋਂ ਬੱਚਿਆਂ ਦੀ ਅਨਾਉਂਸਮੈਂਟ ਕੀਤੀ ਸੀ ਕਿ 5 ਤੋਂ 11 ਸਾਲ ਦੇ ਬੱਚਿਆਂ ਦੇ ਵੀ ਵੈਕਸੀਨੇਸ਼ਨ ਹੋ ਜਾਏਗੀ। ਅਜੇ 0 ਤੋਂ 5 ਸਾਲ ਦੇ ਬੱਚਿਆਂ ਦੀ ਹਜੇ ਵੈਕਸੀਨੇਸ਼ਨ ਬਾਰੇ ਅਜੇ ਕੁਝ ਨਹੀਂ ਪਤਾ, ਪਰ 5 ਤੋਂ 11 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਕਰਵਾਉਣ ਦੇ ਲਈ ਕਿਹਾ ਗਿਆ, ਪਰ ਜ਼ਰੂਰੀ ਨਹੀਂ ਕੀਤੀ ਗਈ, ਮੈਂਡੇਟਰੀ ਨਹੀਂ ਕੀਤੀ ਗਈ ਕਿਸੇ ਦੇ ਲਈ, ਪੇਰੈਂਟਸ ਦੇ ਲਈ ਕਿ ਤੁਹਾਨੂੰ ਲਗਵਾਉਣੀ ਪੈਣੀ ਹੈ। ਪਰ ਜਦੋਂ ਤੁਸੀਂ ਕਿਤੇ ਰੈਸਟੋਰੈਂਟ ਦੇ ਵਿੱਚ ਜਾਂਦੇ ਆ, ਬਾਹਰ ਜਾਂਦੇ ਆ, ਸਿਰਫ ਤੇ ਸਿਰਫ ਪ੍ਰੂਫ 12+ ਬੱਚਿਆਂ ਦਾ ਹੀ ਮੰਗਿਆ ਜਾਂਦਾ, ਅਜੇ 5 ਤੋਂ 11 ਸਾਲ ਦੇ ਬੱਚਿਆਂ ਦਾ ਨਹੀਂ ਮੰਗਿਆ ਜਾਂਦਾ। ਹੁਣ ਇਸ ਵਿਚਕਾਰ ਕਈ ਪੇਰੈਂਟਸ ਜਿਹੜੇ ਨੇ ਉਹ ਜਾਂ ਤਾਂ ਦੂਜੇ ਪੇਰੈਂਟਸ ਦਾ ਦੇਖ ਰਹੇ ਨੇ ਕਿ ਉਹ ਲਗਵਾ ਰਹੇ ਨੇ ਜਾਂ ਨਹੀਂ, ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਨੇ ਉਹ ਦੀ ਵੇਟ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਦੀ ਵੈਕਸੀਨੇਸ਼ਨ ਜਿਹੜੀ ਜਲਦ ਤੋਂ ਜਲਦ ਕਰਵਾ ਲੈਣੀ ਚਾਹੀਦੀ ਹੈ? ਦੇਖੋ, ਬੱਚਿਆਂ ਦੀ ਜਿਹੜੀ ਵੈਕਸੀਨੇਸ਼ਨ ਹੈ, ਜਿਹੜਾ ਵੈਕਸੀਨੇਸ਼ਨ ਅਡਲਟ ਨੂੰ ਸੀ ਉਹੀ ਬੱਚਿਆਂ ਨੂੰ ਉਹਦੀ ਡੋਜ਼ ਦੀ ਥੋੜ੍ਹੀ ਜਿਹੀ ਜਿਹੜੀ ਕੁਆਂਟੀਟੀ ਘੱਟ ਹੈ। ਜਿਹੜਾ ਮੈਥਡ ਤਾਂ ਸੇਮ ਹੀ ਹੈ, ਕਿਉਂਕਿ ਬਾਡੀਜ਼ ਦੇ ਵਿੱਚ ਜਦੋਂ ਜਾ ਕੇ ਵੈਕਸੀਨੇਸ਼ਨ ਨੇ ਤੁਹਾਡੀਆਂ ਐਂਟੀਬਾਡੀਜ਼ ਪ੍ਰੋਡਿਊਸ ਕਰਨੀਆਂ, ਅਤੇ ਤੁਹਾਡੀ ਬਾਡੀ ਨੂੰ ਉਹਨੇ ਇਮਿਊਨਿਟੀ ਦੇਣੀ ਹੈ। ਜਿਹੜੀ ਕਮਿਊਨਿਟੀ ਲੈਵਲ 'ਤੇ ਇਮਿਊਨਿਟੀ ਤਾਂ ਬਣਨੀ ਹੈ ਜੇ ਗਰੁੱਪ, ਸਾਰੇ ਏਜ ਗਰੁੱਪ ਵਿੱਚ ਗੱਲ ਬਣੇ। 5 ਸਾਲ ਤੋਂ ਲੈ ਕੇ ਜੇ ਉੱਪਰ ਅਖੀਰ ਤੱਕ ਸਾਰੇ ਗਰੁੱਪ ਦੀ ਇਮਿਊਨਿਟੀ ਬਣੇਗੀ, ਉਹਨਾਂ ਵਿੱਚ ਜਿਹੜੀ ਇਮਿਊਨਾਈਜੇਸ਼ਨ ਹੋਏਗੀ ਤਾਂ ਹੀ ਇਹਦੀ ਰੋਕਥਾਮ ਹੋਣੀ ਹੈ। ਇਸੇ ਕਰਕੇ ਜੋ ਵੀ ਦੁਨੀਆ ਵਿੱਚ ਕਦੀ ਵੀ ਜੋ ਕੋਈ ਇਹੋ ਜਿਹਾ ਕੋਈ
ਇਹੋ ਜਿਹੀ ਪ੍ਰੋਬਲਮ ਆਈ ਹੈ ਵੈਕਸੀਨੇਸ਼ਨ ਦੇ ਨਾਲ ਹੀ ਠੀਕ ਹੋਈ ਹੈ। ਕਿੰਨੀਆਂ ਸਾਡੇ ਕੋਲੋਂ ਐਗਜ਼ਾਮਪਲਸ ਨੇ, ਆਪਾਂ ਕਿੰਨੀ ਵਾਰੀ ਰਿਪੀਟ ਕੀਤਾ। ਸਮਾਲ ਪੌਕਸ ਇੱਦਾਂ ਤਾਂ ਨਹੀਂ ਜਾਣਾ ਵੀ ਮੈਂ ਨਹੀਂ ਇੰਜੈਕਸ਼ਨ ਲਵਾਉਣਾ, ਤੁਸੀਂ ਲਵਾ ਲਓ, ਇਸ ਮੁਲਕ ਵਿੱਚ ਨਹੀਂ ਲੱਗਣਾ, ਉਸ ਮੁਲਕ 'ਚ ਲਵਾ ਲਓ। ਇਹ ਗੱਲਾਂ ਸਾਰੀਆਂ ਉਦੋਂ ਸਾਰਿਆਂ ਨੇ 1971 ਦੀ ਗੱਲ ਹੈ, ਵੈਕਸੀਨੇਸ਼ਨ ਸਾਰਿਆਂ ਨੇ ਉਸ ਸਮੇਂ 'ਤੇ ਲਵਾ ਕੇ ਸਮਾਲ ਪੌਕਸ ਦੀ ਐਰੈਡੀਕੇਸ਼ਨ ਕਰਤੀ। ਉਸ ਸਮੇਂ 'ਤੇ ਮੈਨੂੰ ਯਾਦ ਹੈ ਵੀ ਜਦੋਂ ਮੈਂ ਫਸਟ ਈਅਰ ਮੈਡੀਕਲ ਕਾਲਜ ਦੇ ਵਿੱਚ ਸੀ, ਅਸੀਂ ਵੈਕਸੀਨੇਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ ਸੀ। ਪਿੰਡਾਂ ਵਿੱਚ ਜਾ ਕੇ ਵੈਕਸੀਨੇਸ਼ਨ ਅਸੀਂ ਪ੍ਰੋਵਾਈਡ ਕਰਦੇ ਸੀ, WHO ਵਾਲੇ ਸਪਲਾਈ ਕਰਦੇ ਸੀ। ਸੋ ਉਸ ਸਮੇਂ ਵਿੱਚ ਜਾਪਦਾ ਸੀ ਵੀ ਇਹ ਪਤਾ ਇਹਦੀ ਇੰਪੋਰਟੈਂਸ ਜਿਹੜੀਆਂ ਸਮਝ ਉਦੋਂ ਆਉਂਦੀ ਹੈ ਜਦੋਂ ਤੁਹਾਨੂੰ ਪਤਾ ਵੀ ਸਮਾਲ ਪੌਕਸ ਦੇ ਨਾਲ ਲੋਕਾਂ ਦੀ ਅੱਖਾਂ ਖਰਾਬ ਹੋ ਜਾਂਦੀਆਂ ਸੀ, ਲੋਕਾਂ ਦਾ ਫੇਸ ਖਰਾਬ ਹੋ ਜਾਣਾ, ਇਨਫੈਕਸ਼ਨ ਹੋ ਜਾਣੀ, ਮੌਤ ਹੋ ਜਾਣੀ, ਕਈ ਪ੍ਰੋਬਲਮ ਸੀ। ਉਹ ਇੱਕ ਗ੍ਰੇਟ ਐਗਜ਼ਾਮਪਲ ਸੀ ਵੀ ਕਿੱਦਾਂ ਉਹਦੇ ਤੋਂ ਖਲਾਸੀ ਕਰਾਈ ਹੈ। ਪੋਲੀਓ ਦੀ ਕਿੰਨੀ ਖਲਾਸੀ ਹੋ ਰਹੀ ਹੈ, ਅਜੇ ਪੂਰੀ ਤਾਂ ਨਹੀਂ ਗਈ। ਕਿਉਂ ਹੋ ਰਹੀ ਹੈ? ਕਿਉਂਕਿ ਵੈਕਸੀਨੇਸ਼ਨ ਕਰਕੇ ਹੋ ਰਹੀ ਹੈ। ਆਪਾਂ ਨੂੰ ਬਾਕੀ ਜਿਹੜੀਆਂ ਬੱਚਿਆਂ ਦੀਆਂ ਬਿਮਾਰੀਆਂ ਨੇ ਉਹ ਵੈਕਸੀਨੇਸ਼ਨ ਕਰਕੇ ਹੁੰਦੀਆਂ। ਜਦੋਂ ਬੱਚਾ 2 ਮਹੀਨੇ ਦਾ ਹੁੰਦਾ 4 ਇੰਜੈਕਸ਼ਨ ਉਹਦੇ ਹੁੰਦੇ ਨੇ। ਜੇ ਆਪਾਂ 4 ਇੰਜੈਕਸ਼ਨ ਉਦੋਂ ਲਵਾ ਸਕਦੇ ਹਾਂ ਤੇ 5 ਸਾਲ ਦੇ ਬੱਚੇ ਨੂੰ ਆਪਾਂ 1 ਇੰਜੈਕਸ਼ਨ ਛੋਟੀ ਡੋਜ਼ ਦਾ ਕਿਉਂ ਨਹੀਂ ਲਵਾ ਸਕਦੇ? ਕਿਉਂਕਿ ਆਲਰੇਡੀ ਬੜੇ ਮੁਲਕਾਂ ਵਿੱਚ ਇੰਜੈਕਸ਼ਨ ਲਾ ਚੁੱਕੇ ਨੇ। ਕੈਨੇਡਾ ਤੇ ਬੜਾ ਕੇਅਰਫੁਲ ਹੈ, ਇਹ ਤੇ ਬੜਾ ਸਿਆਣਾ ਮੁਲਕ ਹੈ ਵੀ ਇਹ ਤਰੀਕੇ ਨਾਲ ਚੱਲਦੇ ਨੇ। ਹੋਸ਼ੇ ਪੰਜ ਨਹੀਂ ਚੱਲਦੇ ਵੀ ਹਾ ਕਰਕੇ ਨਹੀਂ ਵੀ ਫਟਾਫਟ ਜੀ ਇਹ ਕੰਮ ਕਰ ਲਓ। ਦੇ ਵਿਲ ਲੁੱਕ ਐਟ ਦਾ ਹੋਲ ਥਿੰਗ ਵੀ ਦੁਨੀਆ ਦੇ ਵਿੱਚ ਕੀ ਹੋ ਰਿਹਾ, ਉਹਨਾਂ ਨੂੰ ਫਾਲੋ ਕਰਕੇ ਪੂਰੀਆਂ ਪ੍ਰੀਕਾਸ਼ਨਸ ਲੈ ਕੇ। ਹੈਲਥ ਕੈਨੇਡਾ ਦਾ ਸਿਸਟਮ ਬੜਾ ਸਟਰਕਚਰ ਬਹੁਤ ਚੰਗਾ ਹੈ। ਬਿਲਕੁਲ ਜੀ। ਸੋ ਡਾਕਟਰ ਜੀ, ਮੈਂ ਅੱਜ ਬਹੁਤ ਸਾਰੀ ਇਨਫੋਰਮੇਸ਼ਨ ਤੁਸੀਂ ਸਾਡੇ ਤੱਕ ਪਹੁੰਚਾਈ ਹੈ। ਸੋ ਇੱਕ ਵਾਰੀ ਫਿਰ ਤੋਂ ਕ੍ਰਿਸਮਸ ਦਾ ਸੀਜ਼ਨ ਆ ਰਿਹਾ, ਕੀ ਮੈਸੇਜ ਆ ਤੁਹਾਡਾ ਵਿਊਅਰਸ ਦੇ ਲਈ? ਸਾਰਿਆਂ ਨੂੰ ਇੱਕੋ ਹੀ ਹੈਗਾ, ਅਗਲੇ ਹਫਤੇ ਵੀ ਮੈਂ ਪ੍ਰੋਗਰਾਮ 'ਚ ਆਉਣਾ, ਗੱਲ ਕਰਨੀ ਹੈ। ਇੱਕੋ ਸਾਰਿਆਂ ਨੂੰ ਮੈਸੇਜ ਹੈ ਵੀ ਜੇ ਤੁਸੀਂ ਕਿਸੇ ਨੂੰ ਇਨਵਾਈਟ ਕਰਨਾ ਤੇ ਜਾਂ ਜਿਨ੍ਹਾਂ ਨੇ ਆਉਣਾ ਕਿਸੇ ਨੂੰ ਮਿਲਣ ਵਾਸਤੇ, ਇੱਕ ਹੁੰਦੀ ਇਨਵੀਟੇਸ਼ਨ, ਇੱਕ ਹੁੰਦਾ ਵੈਸੇ ਸਤਿ ਸ਼੍ਰੀ ਅਕਾਲ ਬਣਾਉਣ ਵਾਲੇ ਚੱਕਰ। ਤੇ ਜੇ ਤੁਸੀਂ ਆਉਣਾ ਕਿਸੇ ਦੇ ਦਰਵਾਜ਼ੇ ਦੇ ਜਾਂ ਕਿਸੇ ਦੇ ਘਰ, ਜੇ ਤੁਹਾਨੂੰ ਕੋਈ ਵੀ ਇਨਸਾਨ ਤੁਹਾਨੂੰ ਆਪਣੇ ਘਰ ਦੇ ਵਿੱਚ ਬੁਲਾਉਂਦਾ, ਆਪਣੇ ਲਿਵਿੰਗ ਰੂਮ ਦੇ ਵਿੱਚ ਤੁਹਾਨੂੰ ਇਨਵਾਈਟ ਕਰਦਾ ਪਿਆ ਫੰਕਸ਼ਨ ਵਾਸਤੇ, ਪਾਰਟੀ ਵਾਸਤੇ, ਤੁਸੀਂ ਤੁਹਾਡੀ ਇਹ ਬਣਦੀ ਹੈ ਰਿਸਪੌਂਸੀਬਿਲਿਟੀ, ਸਾਡੀ ਸਾਰਿਆਂ ਦੀ, ਇਕੱਲੀ ਸਾਰਿਆਂ ਦੀ ਬਣਦੀ ਹੈ ਵੀ ਆਪਾਂ ਤੇ ਪਹਿਲਾਂ ਤਾਂ ਪੁੱਛੀਏ ਕਿ ਤੁਸੀਂ ਇੰਜੈਕਸ਼ਨ ਲਵਾਇਆ ਕਿ ਨਹੀਂ ਲਵਾਇਆ। ਤੇ ਜੇ ਨਹੀਂ ਲਵਾਇਆ ਤੇ ਤੁਸੀਂ ਨਾ ਆਓ। ਜੇ ਉਹ ਤੇ ਬੈਸਟ ਤਰੀਕਾ ਵੀ ਜਾ ਕੇ ਇੰਜੈਕਸ਼ਨ ਲਵਾਓ ਤੇ ਆਪਣੀ ਪ੍ਰੋਟੈਕਸ਼ਨ ਕਰੋ। ਛੋਟੀਆਂ ਗੈਦਰਿੰਗ ਕਰਨੀਆਂ ਪੈਣੀਆਂ, ਦਰਵਾਜ਼ੇ ਵਿੱਚ ਖੋਲ੍ਹਿਆ ਕਰੋ। ਆਪਾਂ ਨੂੰ ਵੈਂਟੀਲੇਸ਼ਨ ਦਾ ਧਿਆਨ ਵੀ ਰੱਖਣਾ ਪੈਣਾ। ਹੁਣ 2 ਹਫ਼ਤੇ ਬਿਜ਼ਨਸ ਕਮਿਊਨਿਟੀ ਨੇ ਵੀ ਪਾਰਟੀਆਂ ਕਰਨੀਆਂ, ਮੇਬੀ ਦੇ ਹੈਵ ਟੂ ਫੋਲੋ ਵੀ ਛੋਟੇ ਰੂਲ ਕਰਨੇ ਪੈਣੇ ਨੇ। ਹੋ ਸਕਦਾ ਜ਼ੂਮ ਦੇ ਤਰੀਕੇ ਨਾਲ ਗੱਲਬਾਤ ਹੋ ਜੇ। ਕਈ ਗੱਲਾਂ ਨੇ, ਇਹ ਤੇ ਹੁਣ ਸਾਰਿਆਂ ਨੂੰ ਸਮਝ ਆ। ਕੋਈ ਬਾਕੀਆਂ ਨਾਲ ਕੋਈ, ਮੈਂ ਤੇ ਇਸ ਗੱਲ 'ਚ ਬਹੁਤਾ ਕੁਛ ਸਿਆਣਾ ਨਹੀਂ ਵੀ ਮੈਨੂੰ ਜ਼ਿਆਦਾ ਪਤਾ ਵੀ ਕਿਸ ਤਰੀਕੇ ਨਾਲ ਪਾਰਟੀ ਕਰਨੀ ਹੈ। ਮੈਨੂੰ ਤਾਂ ਇੰਨਾ ਹੀ ਪਤਾ ਵੀ ਜਿਹੜੇ ਰੂਲਸ ਨੇ ਉਹ ਫੋਲੋ ਕਰਨੇ ਪੈਣੇ ਨੇ। ਤੇ ਰੂਲਸ ਜਿਹੜੇ ਨੇ ਕੀ, ਆਪਣੀ ਸੈਨੀਟੇਸ਼ਨ ਦਾ ਫੋਲੋ ਕਰੋ, ਆਪਣੇ ਜਿਹੜਾ ਮਾਸਕ ਲਾਉਣਾ ਬੜਾ ਇੰਪੋਰਟੈਂਟ ਹੈ। ਮਾਸਕ ਤੋਂ ਬਿਨਾਂ ਗੱਲ ਨਹੀਂ ਬਣਨੀ। ਇੱਕ ਐਨਦਰ ਲੇਅਰ ਹੈ, ਬਟ ਦੀ ਬੈਸਟ ਲੇਅਰ ਕਿਹੜੀ ਹੈ? ਬੈਸਟ ਲੇਅਰ ਤੁਹਾਡੇ ਵਾਸਤੇ ਵੈਕਸੀਨੇਸ਼ਨ ਦੀ ਬੈਸਟ ਲੇਅਰ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਡਾਕਟਰ ਜੀ। ਮੈਂ ਅਗਲੇ ਹਫਤੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਅੱਜ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਬਿਲਕੁਲ ਸਾਨੂੰ ਧਿਆਨ ਰੱਖਣਾ ਪੈਣਾ, ਛੁੱਟੀਆਂ ਦਾ ਸੀਜ਼ਨ ਆ ਰਿਹਾ ਤੇ ਛੁੱਟੀਆਂ ਦੇ ਸੀਜ਼ਨ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਜੋ ਤੁਹਾਡੇ ਘਰ ਆ ਰਿਹਾ ਉਹ ਵੈਕਸੀਨੇਟਡ ਹੈ, ਤੁਸੀਂ ਕਿਸੇ ਦੇ ਘਰ ਜਾ ਰਹੇ ਹੋ ਉਹ ਵੈਕਸੀਨੇਟਡ ਹੈ, ਤੇ ਹੈਲਥ ਗਾਈਡਲਾਈਨਸ ਨੂੰ ਤੁਸੀਂ ਫੋਲੋ ਕਰਨਾ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਂਦੇ ਹਫਤੇ ਦੇ ਵਿੱਚ ਤੁਹਾਨੂੰ ਹੋਰ ਨਵੀਆਂ ਐਡਵਾਈਜ਼ਰੀਜ਼, ਹੋਰ ਨਵੀਆਂ ਚੇਤਾਵਨੀਆਂ ਜਿਹੜੀਆਂ ਜਾਰੀ ਕੀਤੀਆਂ ਜਾਣ। ਲਗਾਤਾਰ ਨਜ਼ਰ ਬਣਾਏ ਰੱਖੋ, ਅਸੀਂ ਵੀ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਤੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਫੈਡਰਲ ਸਰਕਾਰ ਨੇ ਵੀ ਕਹਿ ਦਿੱਤਾ ਕਿ ਨਾਨ ਐਸੈਂਸ਼ੀਅਲ ਟਰੈਵਲ ਜਿਹੜਾ ਤੁਸੀਂ ਰੋਕ ਦਿਓ। ਜੇ ਤੁਸੀਂ ਪਲਾਨ ਕਰ ਰਹੇ ਹੋ ਬਾਹਰ ਜਾਣ ਦਾ ਕੰਟਰੀ ਛੱਡ ਕੇ, ਤਾਂ ਫਿਲਹਾਲ ਦੇ ਲਈ ਆਪਣੇ ਪਲਾਨਸ ਨੂੰ ਰੋਕ ਦਿਓ। ਹੋ ਸਕਦਾ ਹੈ ਕਿ ਕੋਵਿਡ ਥੋੜੇ ਟਾਈਮ ਦੇ ਵਿੱਚ ਇਹ ਜਿਹੜੇ ਵੇਰੀਐਂਟ ਹੈ ਖਤਮ ਹੋ ਜਾਣ, ਵੈਕਸੀਨੇਸ਼ਨ ਪ੍ਰੋਪਰ ਹੋਵੇ, ਕੋਈ ਅਜਿਹਾ ਇਲਾਜ ਆਵੇ ਕਿ 100% ਸਭ ਕੁਝ ਠੀਕ ਹੋਵੇ, ਤਾਂ ਉਦੋਂ ਤੁਸੀਂ ਆਪਣੇ ਪਲਾਨਸ ਦੇ ਨਾਲ ਅੱਗੇ ਜਾ ਸਕਦੇ ਆ। ਪਰ ਹੁਣ ਦੇ ਲਈ, ਫਿਲਹਾਲ ਦੇ ਲਈ ਆਪਣੇ ਪਰਿਵਾਰ ਵਾਲਿਆਂ ਦਾ ਧਿਆਨ ਰੱਖੋ। ਅਸੀਂ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। subscribe our channel and press the bell icon ताकि कोई भी नवी अपडेट तुझे बिल्कुल भी मिस ना करो।